ਜਿਹੜੇ ਕਹਿੰਦੇ ਵੀ ਕਿਸਾਨਾਂ ਨੂੰ ਨਹੀਂ ਆਉਣਾ ਚਾਹੀਦਾ, ਕਿਉਂ ਨਹੀਂ ਆਉਣਾ ਚਾਹੀਦਾ? ਮੇਰੇ ਕੋਲ ਮਨੁੱਖੀ ਅਧਿਕਾਰਾਂ ਲਈ ਜਿੱਥੇ ਹੈਗੇ ਆ ਸ਼ੋਸ਼ਣ ਹੁੰਦਾ, ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ, ਉੱਥੇ ਸਭ ਨੂੰ ਕਰਨਾ ਚਾਹੀਦਾ। ਤੇ ਉਹ ਧੀਆਂ ਪੁੱਤ ਭਾਵੇਂ ਕਿਸਾਨਾਂ ਦੇ ਆ ਭਾਵੇਂ ਕਿਸੇ ਦੇ ਆ, ਠੀਕ ਹੈ ਨਾ ਜੀ, ਇੱਥੇ ਆਉਣਾ ਬਣਦਾ। ਵੀ ਜਿਹੜੇ ਪੋਲੀਟੀਕਲ ਲੋਕ ਹੁੰਦੇ ਆ ਨਾ, ਇਹ ਜਿਹੜਾ ਵਿਰੋਧ ਕਰਦੇ ਆ, ਸੀਮਤ ਜਿਹਾ ਹੀ ਹੁੰਦਾ, ਇਹਨਾਂ ਦੀ ਤਾਕਤ ਉਨੀ ਨਹੀਂ ਰਹਿ ਜਾਂਦੀ। ਇਹਨਾਂ ਦੀਆਂ ਕੁਝ ਮਜਬੂਰੀਆਂ ਸਮੱਸਿਆ ਹੁੰਦੀਆਂ ਸਿਆਸੀ, ਇਹਨਾਂ ਨੂੰ ਹੀ ਪਤਾ ਜੇ ਅਸੀਂ ਗਾਂ ਨੂੰ ਸੱਤਾ ਜਾ ਕੇ ਤਾਂ ਸਾਡੇ ਪ੍ਰਤੀ ਇਹ ਵੀ ਇੰਨਾ ਮਤਲਬ ਵੀ ਸਖਤ ਐਕਸ਼ਨ ਕਰਨਗੇ। ਸੋ ਇਹ ਨਹੀਂ ਕਰਦੇ, ਇਹ ਇਹਨਾਂ ਦੀ ਖਾਨਾ ਪੂਰਤੀ ਹੁੰਦੀ ਆ। ਜਿਹੜੀ ਸਰਕਾਰ ਹੈ ਇਹਨਾਂ ਦੀਆਂ ਭਾਜਪਾ ਦੇ, ਜਦੋਂ ਹੁਣ ਲੇਡੀਜ਼ ਨਾਲ ਇਹ ਹੋਇਆ ਫੀਮੇਲ ਨਾਲ, ਇਹਨਾਂ ਦੇ ਫੀਮੇਲ ਮੈਂਬਰ ਕਿਉਂ ਨਹੀਂ ਬੋਲ ਰਹੇ? ਹਾਲਾਂਕਿ ਹੇਮਾ ਮਾਲਿਨੀ ਤੇ ਦੂਜਾ ਜਿਹੜੀ ਕਰਨ ਖੇਤਾ, ਇਹਦਾ ਕਹਿੰਦੇ ਸਾਡੇ ਬਲਾਤਕਾਰ ਜਿਹੜੀ ਸੰਸਕ੍ਰਿਤੀ ਦਾ ਹਿੱਸਾ, ਦੇਖੋ ਕਿਹੋ ਜਿਹੇ ਬਿਆਨ ਹੁੰਦੇ ਨੇ ਇਹਨਾਂ ਦੇ। ਜੀ ਕਿ ਸੱਪ ਦੇ ਮੂੰਹ 'ਚ ਕੋੜਕਲੀ ਫਸ ਗਈ ਹੈ, ਕਿਉਂਕਿ ਬੀਜੇਪੀ ਦੀ ਬਹੁਤ ਖਿੱਲੀ ਹੋ ਜਾਣੀ ਹੈ ਜੇ ਐਮਪੀ ਨੂੰ ਇਦਾਂ ਉਹਨਾਂ ਨੇ ਲਾਇਆ ਜਾਂ ਇਦਾਂ ਅਰੈਸਟ ਕੀਤਾ। ਔਰ ਦੂਸਰੀ ਗੱਲ ਇਹ ਕਿ ਉਹਨਾਂ ਦਾ ਕੋਈ ਵੀ ਬੀਜੇਪੀ ਦੀ ਕੋਈ ਲੇਡੀ ਲੀਡਰ ਜਾਂ ਕੋਈ ਜੈਂਟ ਲੀਡਰ ਕੋਈ ਬੋਲਦਾ ਹੀ ਨਹੀਂ ਪਿਆ। ਕੀ ਉਹਨਾਂ ਦੇ ਮੂੰਹ 'ਚ ਘੁੰਗਣੀਆਂ ਪਈਆਂ? ਕੀ ਉਹਨਾਂ ਦੇ ਘਰ ਬਿਟੀਆਂ ਨਹੀਂ ਗੀਆਂ? ਇਹਦੇ ਅਗਰ ਇਹਨਾਂ ਨੇ ਕਾਮਯਾਬ ਨਾ ਹੋਇਆ ਤਾਂ ਲੋਕਾਂ ਨੇ ਬੱਚੇ ਆਪਣੇ ਖੇਡਣ ਵਾਸਤੇ ਕੁੜੀਆਂ ਭੇਜਣੀਆਂ ਨਹੀਂ ਗੀਆਂ ਜੇ ਇਹਨਾਂ ਨੇ ਇਦਾਂ ਕਰਤਾ। ਇਹ ਸ਼ਰਮ ਵਾਲੀ ਗੱਲ ਹੈ ਕਿ ਇਹੋ ਜਿਹਾ ਮੈਟਰ ਹੋਇਆ ਔਰ ਸੈਂਟਰ ਸਰਕਾਰ ਇਹਦੇ ਬਾਰੇ ਸੋਚਦੀ ਨਹੀਂ ਪਈ। ਇਹ ਬਹੁਤ ਤਗੜੀ ਸ਼ਰਮ ਵਾਸਤੇ ਗੱਲ ਆ ਸਾਡੇ ਵਾਸਤੇ। ਉਹਦਾ ਕਾਰਨ ਹੈ ਜੀ ਕਿ ਹਰਿਆਣੇ 'ਚ ਇਹਨਾਂ ਦੀ ਕੋਈ ਤਾਕਤ ਨਹੀਂ ਗਈ ਇੰਨੀ, ਤੇ ਹਰਿਆਣੇ 'ਚ ਅੱਗੇ ਹੀ ਉਹ ਵਿਗੜਦੇ ਫਿਰਦੇ ਪਏ। ਅਗਰ ਇਹਨਾਂ ਨੇ ਇੱਥੇ ਗ੍ਰਿਫਤਾਰੀ ਕਰ ਲਈ, ਬਾਕੀ ਬੰਦੇ ਨਹਾਤੇ ਧੋਤੇ ਸਾਰੇ ਇੱਕੋ ਜਿਹੇ ਹੈ, ਬਾਕੀ ਵੀ ਇਹੋ ਜਿਹੇ ਹੀ ਨਿਕਲਦੇ ਆ। ਲੀਡਰ ਕਰੀਬ ਕੋਈ ਨਾ ਕੋਈ ਹਰਕਤ ਨਹੀਂ, ਪਰ ਇਹ ਬ੍ਰਿਜ ਭੂਸ਼ਣ ਸ਼ਰਨ ਸਿੰਘ ਹਰਿਆਣੇ ਤੋਂ ਤਾਂ ਨਹੀਂ ਗਾ। ਨਹੀਂ, ਮੇਰੀ ਗੱਲ ਨਹੀਂ ਸਮਝੇ ਵੇ। ਜਿਹੜੇ ਕੁੜੀਆਂ ਤਾਂ ਹਰਿਆਣੇ ਦੀਆਂ ਨਾ, ਜਿਹੜੀਆਂ ਕਾਫੀ ਲੜਕੀਆਂ ਹਰਿਆਣੇ ਦੀਆਂ। ਜੀ ਜੀ ਹਾਂਜੀ, ਉਹ ਇਸ ਕਰਕੇ ਹਰਿਆਣੇ ਦਾ ਬਹੁਤ ਫਰਕ ਪੈ ਜਾਣਾ ਇਹਦੇ ਨਾਲ। ਹਰਿਆਣੇ 'ਚ ਬਹੁਤ ਫਰਕ ਪੈਣਾ ਜੇ ਅਸੀਂ ਕੀਨ ਮੰਨ ਲਈ। ਹਰ ਬੰਦਾ ਇਸ ਦੇਸ਼ ਦਾ ਮਤਲਬ ਜਿਹੜਾ ਨਾਗਰਿਕ ਹੈਗਾ, ਉਹਦਾ ਫਰਜ਼ ਬਣਦਾ ਵਾ ਕਿ ਆਪਾਂ ਆਪਣੇ ਦੇਸ਼ ਦੇ ਰੈਪੂਟੇਸ਼ਨ ਨੂੰ ਠੀਕ ਕਰੀਏ। ਪਰ ਜੀ ਗੱਲ ਇਹ ਹੈਗੀ ਆ ਵੀ ਜੇ ਤਾਂ ਕਿਸੇ ਨੇਤਾ ਦੇ ਜਾਂ ਲੀਡਰ ਦੇ ਆਪਣੇ ਧੀਆਂ ਪੁੱਤਰ ਹੋਣ ਦੁਖੀ, ਤਾਂ ਉਹਨੂੰ ਦੁੱਖ ਦੂਸਰਿਆਂ ਦੇ ਬੱਚਿਆਂ ਦਾ ਮਹਿਸੂਸ ਹੋਵੇ। ਇੱਥੇ ਵੱਡੇ ਖਿਡਾਰੀ ਇੰਟਰਨੈਸ਼ਨਲ ਲੈਵਲ ਵਾਲਿਆਂ ਦੀ ਨਹੀਂ ਸੁਣਵਾਈ ਹੋ ਰਹੀ, ਆਮ ਬੇਟੀਆਂ ਹਿੰਦੁਸਤਾਨ ਕਿਵੇਂ ਸੁਰੱਖਿਅਤ ਹੋਣ? ਬਿਲਕੁਲ ਠੀਕ ਹੈ। ਗੁਰਬਾਣੀ 'ਚ ਲਿਖਿਆ, ਦੇਸ਼ ਉੱਪਰ ਆਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਂ। ਬੜੇ ਅਫਸੋਸ ਦੀ ਗੱਲ ਹੈ, ਇਹ ਸਾਡੀਆਂ ਬੇਟੀਆਂ। ਬੇਸ਼ੱਕ ਅਸੀਂ ਵਿਦੇਸ਼ਾਂ ਵਿੱਚ ਚਲੇ ਗਏ, ਜੋ ਕੁਛ ਹਾਲਤ ਹੋ ਰਹੀ ਹੈ, ਬੜਾ ਅਫਸੋਸ ਹੋਇਆ ਹੈਗਾ। ਜੱਟ ਅਤੇ ਜਾਟ ਇਹ ਜਦੋਂ ਉੱਠ ਖੜੇ ਨਾ, ਸਰਕਾਰ ਨੂੰ ਝੁਕਣਾ ਹੀ ਪਊਗਾ। ਮੈਨੂੰ ਪਤਾ ਹੈ ਵੀ ਬਹੁਤ ਵੱਡਾ ਅੰਦੋਲਨ ਬਣ ਜਾਊਗਾ। ਸ਼ੋਰ। ਨਮਸਕਾਰ, ਅਸਲਾਮੁਅਲੈਕਮ, ਸਤਿ ਸ਼੍ਰੀ ਅਕਾਲ। ਮੈਂ ਹਾਂ ਕਮਰ ਸੰਧੂ। ਇਸ ਵੇਲੇ ਨਾਰਥ ਅਮਰੀਕਾ 'ਚ ਹੈ ਸੋਮਵਾਰ ਦੀ ਸ਼ਾਮ, ਭਾਰਤ 'ਚ ਮੰਗਲਵਾਰ ਦੀ ਸਵੇਰ। ਨਾਨਕਸ਼ਾਹੀ ਸੰਮਤ 555 ਵਿਸਾਖ ਦੀ 26 ਤਰੀਕ ਹੈ ਔਰ ਤੁਸੀਂ ਦੇਖ ਰਹੇ ਜੇ ਤੁਹਾਡਾ ਆਪਣਾ ਪ੍ਰੋਗਰਾਮ ਹੈਲੋ ਗਲੋਬਲ ਪੰਜਾਬ। ਇਹ ਪ੍ਰੋਗਰਾਮ ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਤੇ ਇਸ ਵੇਲੇ ਲਾਈਵ ਟੈਲੀਕਾਸਟ ਹੈ। ਅਸੀਂ ਇਸ ਵੇਲੇ ਗਲੋਬਲ ਪੰਜਾਬ ਟੀਵੀ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਲਾਈਵ ਹਾਂ ਔਰ ਮੇਰੇ ਨਿੱਜੀ ਫੇਸਬੁੱਕ ਪੇਜ ਉੱਪਰ ਇਹਨੂੰ ਕ੍ਰਾਸ ਪੋਸਟ ਕੀਤਾ ਜਾ ਰਿਹਾ ਵਾ। OTT ਪਲੇਟਫਾਰਮ ਜੀਓ ਟੀਵੀ ਤੇ ਡੇਲੀ ਹੰਟ ਉੱਪਰ ਵੀ ਇਸ ਪ੍ਰੋਗਰਾਮ ਨੂੰ ਤੁਸੀਂ ਦੇਖ ਸਕਦੇ ਜੇ। ਇਹਦੇ 'ਚ ਅਸੀਂ ਕਰੰਟ ਅਫੇਅਰਸ, ਪੱਖਦੇ ਮਸਲੇ ਜਿਹੜੇ ਨੇ ਪੰਜਾਬ ਦੇ, ਮੁਲਕ ਦੇ, ਦੁਨੀਆ ਦੇ, ਉਹਨਾਂ 'ਤੇ ਵਿਚਾਰ ਚਰਚਾ ਕਰਦੇ ਹਾਂ। ਕਾਲ ਇਨ ਸ਼ੋ ਆ, ਕਾਲ ਜ਼ਰੂਰ ਕਰਿਓ ਔਰ ਕਾਲ ਕਰਨ ਵਾਸਤੇ ਤੁਹਾਡੀ ਸਕਰੀਨ 'ਤੇ ਨੰਬਰਸ ਡਿਸਪਲੇ ਹੋ ਰਹੇ ਆ। ਅੱਜ ਆਪਾਂ ਇੱਕ ਵਾਰ ਫਿਰ ਗੱਲ ਕਰਾਂਗੇ ਪਹਿਲਵਾਨਾਂ ਵੱਲੋਂ ਦਿੱਤਾ ਗਿਆ, ਦਿੱਲੀ ਜਿਹੜਾ ਦਿੱਤਾ ਜਾ ਰਿਹਾ ਵਾ ਧਰਨਾ। ਜੰਤਰ ਮੰਤਰ ਦਿੱਲੀ ਦੇ ਵਿੱਚ ਪਿਛਲੇ 16 ਦਿਨਾਂ ਤੋਂ ਪਹਿਲਵਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਵਾ। ਉਹਨਾਂ ਦਾ ਇਲਜ਼ਾਮ ਆ ਕਿ ਕੁਸ਼ਤੀ ਸੰਘ ਦੇ ਮੁਖੀ, ਰਾਸ਼ਟਰੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਜਿਹੜੇ ਨੇ, ਉਹਨਾਂ ਦੀ ਗ੍ਰਿਫਤਾਰੀ ਹੋਵੇ। ਐਕਚੁਅਲੀ ਉਹਨਾਂ ਦੀਆਂ 3 ਮੰਗਾਂ ਸੀ। ਪਹਿਲੀ ਮੰਗ ਤਾਂ ਇਹ ਸੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ FIR ਦਰਜ ਹੋਵੇ, ਜਿਹੜੀ ਮੰਗ ਮੰਨ ਲਈ ਗਈ। ਦੂਸਰਾ ਕਿ ਉਹ ਕੁਸ਼ਤੀ ਸੰਘ ਦੇ ਪ੍ਰਧਾਨਗੀ ਤੋਂ ਅਹੁਦਾ ਦੇਣ, ਅਸਤੀਫਾ ਦੇਣ।
ਉਹ ਹਾਲੀ ਮੰਗ ਜਿਹੜੀ ਆ ਨਹੀਂ ਮੰਨੀ ਗਈ। ਤੀਸਰਾ ਕਿ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। FIR ਹੋ ਗਈ ਹੈ ਲੇਕਿਨ ਗ੍ਰਿਫਤਾਰੀ ਹਾਲੀ ਨਹੀਂ ਹੋਈ। ਹਾਲਾਂਕਿ ਕੁਝ ਮਹਿਲਾ ਪਹਿਲਵਾਨਾਂ ਵੱਲੋਂ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਜਿਹੜਾ ਵਾ ਉਹ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਉੱਤੇ ਲਾਇਆ ਵਾ। ਇਹ FIR ਦੇ ਵਿੱਚ ਦਰਜ ਆ। ਸੋ ਇਸ ਮਸਲਾ ਜਿਹੜਾ ਲੈ ਕੇ ਇੱਕ ਸਥਿਤੀ ਜਿਹੜੀ ਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਆ। ਪਿਛਲੇ 2-3 ਦਿਨਾਂ ਦੇ ਵਿੱਚ ਬਹੁਤ ਸਾਰੀਆਂ ਕਿਸਾਨੀ ਜਥੇਬੰਦੀਆਂ ਵੈਸਟਰਨ UP ਹਰਿਆਣਾ ਪੰਜਾਬ ਦੀਆਂ ਕਿਸਾਨੀ ਜਥੇਬੰਦੀਆਂ ਨੇ ਉਹਨਾਂ ਨੂੰ ਸਮਰਥਨ ਦਿੱਤਾ ਵਾ। ਕਈ ਵਿਰੋਧੀ ਸਿਆਸੀ ਪਾਰਟੀਆਂ ਨੇ ਵੀ ਸਮਰਥਨ ਦਿੱਤਾ ਵਾ। ਔਰ ਅੱਜ ਆਪਾਂ ਗੱਲ ਕਰਾਂਗੇ ਕਿ ਕੀ ਸਥਿਤੀ ਜਿਹੜੀ ਆ ਜੋ ਕਿਸਾਨ ਅੰਦੋਲਨ ਵੇਲੇ ਬਣੀ ਸੀ, ਕਿਸਾਨ ਵਰਸਸ ਕੇਂਦਰ ਸਰਕਾਰ, ਉਹ ਸਥਿਤੀ ਦੁਬਾਰਾ ਬਣ ਰਹੀ ਹੈ। ਕੀ ਸਰਕਾਰ ਨੇ ਪਹਿਲੇ ਐਜੀਟੇਸ਼ਨ ਤੋਂ ਕੋਈ ਸਬਕ ਨਹੀਂ ਸਿੱਖਿਆ? ਮਸਲਾ ਇਹ ਵੀ ਆ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਇਸ ਐਜੀਟੇਸ਼ਨ ਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ ਇਸ ਤਰੀਕੇ ਨਾਲ। ਹਾਲਾਂਕਿ ਇਹ ਮਸਲਾ ਡਾਇਰੈਕਟਲੀ ਕਿਸਾਨੀ ਨਾਲ ਸੰਬੰਧਿਤ ਨਹੀਂ। ਕੁਝ ਲੋਕਾਂ ਦਾ ਇਹ ਵੀ ਕਹਿਣਾ ਵਾ ਕਿ ਜ਼ਿਆਦਾ ਪਹਿਲਵਾਨ ਜਿਹੜੇ ਨੇ ਉਹ ਕਿਸਾਨੀ ਪਰਿਵਾਰਾਂ ਤੋਂ ਹੀ ਨੇ, ਸੋ ਇਸ ਕਰਕੇ ਇਹ ਜਾਇਜ਼ ਆ। ਖੈਰ ਇਹਦੇ ਤੇ ਆਪਾਂ ਗੱਲਬਾਤ ਕਰਾਂਗੇ। ਕੀ ਸਥਿਤੀ ਫਿਰ ਉਹ ਕਿਸਾਨ ਅੰਦੋਲਨ ਵਾਲੀ ਬਣ ਰਹੀ ਆ? ਬੈਰੀਕੇਡ ਲਾਏ ਗਏ ਨੇ ਦਿੱਲੀ ਦੇ ਵਿੱਚ। ਕੱਲ੍ਹ ਬੈਰੀਕੇਡ ਤੋੜ ਕੇ ਕੁਝ ਕਿਸਾਨ ਉੱਥੇ ਪਹੁੰਚੇ ਨੇ। ਹਾਲਾਂਕਿ ਹਾਲੀ ਬਹੁਤ ਵੱਡੀ ਤਾਦਾਦ ਦੇ ਵਿੱਚ ਕਿਸਾਨ ਉੱਥੇ ਨਹੀਂ ਪਹੁੰਚ ਰਹੇ, ਲੇਕਿਨ ਜਿਹੜੇ ਪਹੁੰਚੇ ਨੇ ਉਹਨਾਂ ਨੂੰ ਬੈਰੀਕੇਡ ਦੇ ਤਹਿਤ ਰੋਕਿਆ ਗਿਆ। ਉਹ ਬੈਰੀਕੇਡ ਤੋੜ ਕੇ ਉੱਥੇ ਪਹੁੰਚੇ ਔਰ ਉੱਥੇ ਉਸੇ ਤਰ੍ਹਾਂ ਦੀ ਘੇਰਾਬੰਦੀ ਪੁਲਿਸ ਵੱਲੋਂ ਜਿਹੋ ਜਿਹੀ ਕਿਸਾਨ ਅੰਦੋਲਨ ਵੇਲੇ ਕੀਤੀ ਗਈ ਸੀ ਉਹ ਜੰਤਰ ਮੰਤਰ ਦੇ ਆਸ-ਪਾਸ ਕੀਤੀ ਜਾ ਰਹੀ ਹੈ। ਬਾਰਡਰਸ ਵੀ ਕਈ ਤਰੀਕੇ ਦੇ ਉੱਥੇ ਵੀ ਪਾਬੰਦੀਆਂ ਲਾਈਆਂ ਗਈਆਂ ਤਾਂ ਕਿ ਬਹੁਤ ਵੱਡੀ ਤਾਦਾਦ 'ਚ ਲੋਕ ਨਾ ਪਹੁੰਚ ਸਕਣ। ਖਾਪ ਪੰਚਾਇਤਾਂ ਵੱਲੋਂ ਵੀ ਪਹਿਲਵਾਨਾਂ ਦਾ ਸਮਰਥਨ ਦਿੱਤਾ ਗਿਆ ਵਾ। ਔਰ ਇਸ ਤੋਂ ਇਲਾਵਾ ਜਿਵੇਂ ਮੈਂ ਦੱਸਿਆ ਕਿ ਕਈ ਸਿਆਸੀ ਵਿਰੋਧੀ ਧਿਰਾਂ, ਅਰਵਿੰਦ ਕੇਜਰੀਵਾਲ ਉੱਥੇ ਪਹੁੰਚੇ, ਪ੍ਰਿਯੰਕਾ ਵਾਡਰਾ ਉੱਥੇ ਪਹੁੰਚੇ, ਹੋਰ ਵੀ ਸਤਪਾਲ ਮਲਿਕ ਜਿਹੜੇ ਸਾਬਕਾ ਗਵਰਨਰ ਸਨ ਉਹ ਵੀ ਉੱਥੇ ਉਹਨਾਂ ਦੀ ਮਦਦ ਦੇ ਵਿੱਚ ਪਹੁੰਚੇ। ਬਹੁਤ ਸਾਰੇ ਖਿਡਾਰੀਆਂ ਨੇ ਵੀ ਸਮਰਥਨ ਉਹਨਾਂ ਨੂੰ ਦਿੱਤਾ ਵਾ। ਨੀਰਜ ਚੋਪੜਾ ਮਸ਼ਹੂਰ ਜੈਵਲਿਨ ਪਲੇਅਰ, 골ਡ ਮੈਡਲਿਸਟ, 올림픽 골ਡ ਮੈਡਲਿਸਟ, ਉਹਨਾਂ ਤੋਂ ਇਲਾਵਾ ਸਾਨੀਆ ਮਿਰਜ਼ਾ, ਕਪਿਲ ਦੇਵ, ਵਰਿੰਦਰ ਸਹਿਵਾਗ, ਹਰਭਜਨ ਸਿੰਘ, ਇਰਫਾਨ ਪਠਾਨ, ਮਦਨ ਲਾਲ, ਨਵਜੋਤ ਸਿੱਧੂ ਸਾਬਕਾ ਪਲੇਅਰ ਨੇ ਸਾਰੇ, ਇਹਨਾਂ ਨੇ ਵੀ ਸਮਰਥਨ ਅਨਾਊਂਸ ਕੀਤਾ ਵਾ। ਕਈ ਕਿਸਾਨ ਆਗੂ ਰਾਕੇਸ਼ ਟਿਕੈਤ, ਬਲਦੇਵ ਸਿੰਘ ਸਿਰਸਾ, ਉਗਰਾਹਾਂ, ਜਗਜੀਤ ਸਿੰਘ ਡੱਲੇਵਾਲ ਵੀ ਉੱਥੇ ਉਹਨਾਂ ਦੀ ਸਮਰਥਨ ਦੇ ਵਿੱਚ ਪਹੁੰਚੇ ਨੇ। ਸੋ ਕੀ ਸਥਿਤੀ ਕਿਸਾਨ ਅੰਦੋਲਨ ਵਾਲੀ ਦੁਬਾਰਾ ਬਣ ਰਹੀ ਹੈ? ਇਹ ਕਿਉਂ ਸਰਕਾਰ ਇਸ ਸਥਿਤੀ ਨੂੰ ਕਿਉਂ ਨਹੀਂ ਸੀ ਟਾਲ ਸਕਦੀ? ਕਿਉਂ ਨਹੀਂ ਕਾਰਵਾਈ ਬ੍ਰਿਜਭੂਸ਼ਣ ਸਿੰਘ ਦੇ ਖਿਲਾਫ ਕੀਤੀ ਗਈ? ਕੀ ਇਸ ਕਰਕੇ ਕਾਰਵਾਈ ਨਹੀਂ ਹੋਈ ਕਿ ਉਹ ਭਾਜਪਾ ਦੇ MP ਨੇ? ਇਹ ਵਿਰੋਧੀ ਧਿਰਾਂ ਦਾ ਇਲਜ਼ਾਮ ਵੀ ਹੈ। ਸੋ ਮੈਂ ਫਿਰ ਦੱਸ ਦੇਵਾਂ ਕਿ FIR ਹੋ ਗਈ ਆ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਖਿਲਾਫ, ਜਿਹਦੇ 'ਚ ਇਹ ਦਰਜ ਆ ਕਿ ਕਈ ਮਹਿਲਾ ਨੇ ਇਲਜ਼ਾਮ ਲਾਇਆ ਵਾ ਕਿ ਉਹਨਾਂ ਨੂੰ ਸੈਕਸ਼ੁਅਲੀ ਮੋਲੈਸਟ ਕੀਤਾ ਗਿਆ, ਐਕਸਪਲੋਇਟ ਕਰਨ ਦੀ ਕੋਸ਼ਿਸ਼ ਉਹਨਾਂ ਨਾਲ ਕੀਤੀ ਗਈ। ਉਹ ਸੇਫ ਨਹੀਂ ਫੀਲ ਕਰਦੀਆਂ। ਉਹਨਾਂ ਨੇ ਇਹ ਸਾਫ਼ FIR ਦੇ ਵਿੱਚ ਲਿਖਿਆ ਗਿਆ ਵਾ। ਜੇ ਇਹ ਸਹੀ ਆ ਤੇ ਫਿਰ ਬ੍ਰਿਜਭੂਸ਼ਣ ਸਿੰਘ ਆਪਣੀ ਕੁਸ਼ਤੀ ਸੰਘ ਦੀ ਪ੍ਰਧਾਨਗੀ ਤੋਂ ਅਸਤੀਫਾ ਕਿਉਂ ਨਹੀਂ ਦਿੰਦੇ? ਔਰ ਪੁਲਿਸ ਆਮ ਤੌਰ 'ਤੇ ਜਦੋਂ ਵੀ ਕੋਈ FIR ਹੋ ਜਾਂਦੀ ਹੈ ਜਿਹਦੇ 'ਚ ਗੰਭੀਰ ਇਲਜ਼ਾਮ ਹੁੰਦੇ ਨੇ ਤੇ ਉਸ ਬੰਦੇ ਦੀ ਸ਼ਖਸ ਦੀ ਗ੍ਰਿਫਤਾਰੀ ਜ਼ਰੂਰ ਹੁੰਦੀ ਹੈ। ਇਸ ਕੇਸ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ? ਦੇਖਦੇ ਹਾਂ ਸਾਡੇ ਪਹਿਲੇ ਕਾਲਰ ਅੱਜ ਵੇਲੇ ਇਸ ਬੜੇ ਗੰਭੀਰ ਮਸਲੇ ਦੇ ਉੱਪਰ ਕੀ ਕਹਿਣਾ ਚਾਹੁੰਦੇ। ਹੈਲੋ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਪਹਿਲੀ ਗੱਲ ਤਾਂ ਇਹ ਵੀ ਚੰਗੀ, ਮੇਰੇ ਹਿਸਾਬ ਨਾਲ ਚੰਗੀ ਗੱਲ ਹੈ ਜੇ ਪ੍ਰੈਸ਼ਰ ਗਰੁੱਪ ਆਏ ਆ ਤਾਂ। ਦੂਜੇ ਜਿਹੜੇ ਕਹਿੰਦੇ ਵੀ ਕਿਸਾਨਾਂ ਨੂੰ ਨਹੀਂ ਆਉਣਾ ਚਾਹੀਦਾ, ਕਿਉਂ ਨਹੀਂ ਆਉਣਾ ਚਾਹੀਦਾ? ਮੇਰੇ ਖਿਆਲ ਮਨੁੱਖੀ ਅਧਿਕਾਰਾਂ ਲਈ ਜਿੱਥੇ ਹੈਗੇ ਆ ਸ਼ੋਸ਼ਣ ਹੁੰਦਾ, ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ, ਉੱਥੇ ਸਭ ਨੂੰ ਖੜਨਾ ਚਾਹੀਦਾ। ਤੇ ਉਹ ਧੀਆਂ ਪੁੱਤ ਭਾਵੇਂ ਕਿਸਾਨਾਂ ਦੇ ਆ ਭਾਵੇਂ ਕਿਸੇ ਦੇ ਆ, ਠੀਕ ਆ ਨਾ ਜੀ? ਇੱਥੇ ਆਉਣਾ ਬਣਦਾ, ਬਣ ਕੇ ਚੰਗੀ ਗੱਲ ਹੈ। ਇਹ ਆਏ ਆ ਤਾਂ ਸੰਧੂ ਸਾਹਿਬ ਆਪਾਂ ਦੇਖਿਆ ਹੈ ਵੀ ਜਿਹੜੇ ਪੋਲੀਟੀਕਲ ਲੋਕ ਹੁੰਦੇ ਆ ਨਾ, ਇਹ ਜਿਹੜਾ ਵਿਰੋਧ ਕਰਦੇ ਆ ਸੀਮਿਤ ਜਿਹਾ ਹੀ ਹੁੰਦਾ। ਇਹਨਾਂ ਦੀ ਤਾਕਤ ਓਨੀ ਨਹੀਂ ਰਹਿ ਜਾਂਦੀ। ਇਹਨਾਂ ਦੀਆਂ ਕੁਝ ਮਜਬੂਰੀਆਂ ਸਮੱਸਿਆ ਹੁੰਦੀਆਂ ਸਿਆਸੀ। ਇਹਨਾਂ ਨੂੰ ਹੀ ਪਤਾ ਜੇ ਅਸੀਂ ਗਾਂ ਨੂੰ ਸੱਤਾ ਜਾ ਕੇ ਤੇ ਸਾਡੇ ਪ੍ਰਤੀ ਇਹ ਵੀ ਇੰਨਾ ਮਤਲਬ ਵੀ ਸਖਤ ਐਕਸ਼ਨ ਕਰਨਗੇ। ਸੋ ਇਹ ਨਹੀਂ ਕਰਦੇ, ਇਹ ਇਹਨਾਂ ਦੀ ਖਾਨਾ ਪੂਰਤੀ ਹੁੰਦੀ ਆ। ਆਪਾਂ ਦੇਖਿਆ ਵੀ ਕਿਸਾਨਾਂ ਨੇ ਚਲੋ ਭਾਵੇਂ ਇੱਕ ਪਿੱਛੋਂ ਆ ਕੇ ਕੁਛ ਵੀ ਹੋ ਗਿਆ, ਪਰ ਕਿਸਾਨਾਂ ਨੇ ਜਿਹੜਾ ਕਿਸਾਨ ਅੰਦੋਲਨ ਹੈ, ਜਿਹੜਾ ਕਾਨੂੰਨ ਬਣਿਆ ਸੀ ਉਹਦੇ ਵਿਰੁੱਧ ਮੋਦੀ ਨੂੰ ਝੁਕਾ ਲਿਆ। ਇਹਦੀ ਕੋਈ ਸ਼ੱਕ ਨਹੀਂ ਸੰਧੂ ਸਾਹਿਬ। ਪਰ ਹਮੇਸ਼ਾ ਦੇਖਿਆ ਜਾਵੇ ਇਹ ਜਿੰਨਾ ਚਿਰ ਲੋਕ ਰਾਏ ਨਹੀਂ ਬਣਦੀ, ਇਹੋ ਜਿਹੇ ਪ੍ਰੈਸ਼ਰ ਗਰੁੱਪ ਨਹੀਂ ਆਉਂਦੇ, ਉਹਨਾਂ ਚਿਰ ਮਸਲੇ ਹੱਲ ਨਹੀਂ ਹੁੰਦੇ। ਇਹ ਜਿਹੇ ਆਪਣੇ ਪੰਜਾਬ 'ਚ ਸੰਧੂ ਸਾਹਿਬ ਮੈਂ ਬਰੀਕੀ ਨੇ 2 ਉਦਾਹਰਨਾਂ ਦਊਂਗਾ। ਕਿਰਨਦੀਪ ਕੁੜੀ ਮਾਲ ਕਲਾਂ ਤੋਂ ਹੋਇਆ ਸੀ, ਉਹ ਵੀ ਸਿਆਸੀ ਸਰਪ੍ਰਸਤ ਸੀ, ਬੰਦੇ ਕਿੰਨੇ ਤਗੜੇ। ਵੇਖੋ ਤੋਂ ਹਰ ਦੇ ਖੇਤ ਤੋਂ ਕਢਾ ਕੇ ਕੇਸ ਲੜਿਆ। ਫਿਰ ਮਨਜੀਤ ਧਨੇਰ ਨੂੰ ਬਾਹਰ ਵੀ ਲਿਆਂਦਾ, ਸਰਕਾਰ ਝੁਕਾਈ ਗਵਰਨਰ ਤੱਕ। ਫਿਰ ਸਰੂਤੀ ਵਾਲਾ ਕੇਸ ਲੜਿਆ ਫਰੀਦਕੋਟ ਤੋਂ,
ਉਦੋਂ ਗੁਰਦਿੱਤ ਸੇਖੋਂ ਉਦੋਂ ਪ੍ਰੈਸ਼ਰ ਗਰੁੱਪਾਂ 'ਚ ਸੀ, ਵੇਖੋ ਉਦੋਂ ਕੰਮ ਕਰਦਾ ਸੀ, ਉਹਦੀ ਹੁਣ MLA ਬਣ ਗਿਆ, ਉਨੀ ਪਕੜ ਨਹੀਂ ਰਹਿੰਦੀ ਕਿਉਂਕਿ ਉੱਥੇ ਮਜਬੂਰੀਆਂ ਆ ਜਾਂਦੀਆਂ। ਸੋ ਇਹ ਇੱਕ ਚੰਗਾ ਸੰਕੇਤ ਹੈ। ਤੇ ਮੈਂ ਤਾਂ ਕਹੂੰਗਾ ਵੀ ਜਦੋਂ ਕਿ ਇਹ ਜਿਹੜੇ ਸਰਕਾਰ ਹੈਗੀ ਆ, ਜਿਹੜੇ ਸਰਕਾਰ ਹੈ ਇਹਨਾਂ ਦੀਆਂ ਭਾਜਪਾ ਦੇ, ਜਦੋਂ ਹੁਣ ਲੇਡੀਜ਼ ਨਾਲ ਇਹ ਹੋਇਆ ਫੀਮੇਲ ਨਾਲ, ਇਹਨਾਂ ਦੇ ਫੀਮੇਲ ਮੈਂਬਰ ਕਿਉਂ ਨਹੀਂ ਬੋਲ ਰਹੇ? ਹਾਲਾਂਕਿ ਹੇਮਾ ਮਾਲਿਨੀ ਤੇ ਦੂਜਾ ਜਿਹੜੀ ਕਰਨ ਖੇਰ ਦਾ ਇਹਦਾ ਕਹਿੰਦੇ ਸਾਡੇ ਬਲਾਤਕਾਰ ਜਿਹੜੀ ਸੰਸਕ੍ਰਿਤੀ ਦਾ ਹਿੱਸਾ, ਵੇਖੋ ਕਿਹੋ ਜਿਹੇ ਬਿਆਨ ਆਉਂਦੇ ਹੁੰਦੇ ਸੀ ਇਹਨਾਂ ਦੇ। ਸੋ ਇਹ ਇਹਨਾਂ ਦੇ ਚੰਗੀ ਸੰਕੇਤ ਹੈ। ਭਾਵੇਂ ਅੰਦੋਲਨ ਏਡਾ ਵੱਡਾ ਉਹਨਾਂ ਦਾ ਨਾ ਬਣੇ ਪਰ ਪ੍ਰੈਸ਼ਰ ਜ਼ਰੂਰ ਪੈ ਜਾਊਗਾ ਕਿਉਂਕਿ ਇਹ ਆਪਦਾ ਧਰਨਾ ਪੱਕਾ ਰੱਖਣਗੇ, ਪ੍ਰੈਸ਼ਰ ਰੱਖਣਗੇ। ਹੁਣ ਵੀ ਇੱਕ ਸੰਕੇਤੀ ਜਾ ਕੇ ਮੁਲਾਕਾਤ ਕਰਕੇ ਜਾਂ ਉਹ ਤੱਕ ਨਹੀਂ ਸੀਮਤ ਰਹਿਣਗੇ। ਮੈਨੂੰ ਲੱਗਦਾ ਚੰਗਾ ਸੰਕੇਤ ਹੈ। ਹੋਰ ਵੀ ਇਹਦੇ ਨਾਲ ਜਥੇਬੰਦੀਆਂ ਸੰਘਰਸ਼ ਜੁੜ ਜਾਣਗੇ। ਸੰਧੂ ਸਾਹਿਬ ਮਿਹਰਬਾਨੀ। ਚੰਗਾ ਸੰਕੇਤ ਹੈ ਵੀ ਕਿਸਾਨ ਜਥੇਬੰਦੀਆਂ ਪਹਿਲਵਾਨਾਂ ਦੀ ਮਦਦ ਦੇ ਵਿੱਚ ਆਈਆਂ ਵਾ, ਕਿਉਂਕਿ ਇਸ਼ੂ ਬੜਾ ਸੀਰੀਅਸ ਆ, ਮਨੁੱਖੀ ਅਧਿਕਾਰਾਂ ਦਾ ਇਸ਼ੂ ਆ, ਮਹਿਲਾ ਦੀ ਸੇਫਟੀ ਦਾ ਇਸ਼ੂ ਆ। ਔਰ ਪਲੇਅਰ ਜਦੋਂ ਜਾਂਦਾ ਵਾ ਗਰਾਊਂਡ ਦੇ ਵਿੱਚ, ਉਹ ਉਹਦੇ ਘਰ ਦੇ ਉਹਨੂੰ ਤਾਦੀ ਭੇਜਦੇ ਨੇ ਜੀ ਉਹਨਾਂ ਨੂੰ ਲੱਗੇ ਕਿ ਉਹ ਸੁਰੱਖਿਅਤ ਹੈ ਉੱਥੇ। ਮਲਕੀਤ ਮਾਨ ਮਿਰਜਿਆਣਾ, ਡਾਕਟਰ ਮਲਕੀਤ ਮਾਨ ਮਿਰਜਿਆਣਾ, ਜਸਵਿੰਦਰ ਚਾਹਲ, ਦਵਿੰਦਰ ਲੋਪੋਂ, ਪ੍ਰਗਟ ਸਿੰਘ ਬੱਲ ਵੀ ਸਾਡੇ ਨਾਲ ਫੇਸਬੁੱਕ ਤੇ ਜਿਹੜੇ ਨੇ, ਉਹਨਾਂ ਦਾ ਵੀ ਸਵਾਗਤ ਹੈ। ਅੱਜ ਇੱਕ ਵਾਰ ਫਿਰ ਆਪਾਂ ਪਹਿਲਵਾਨਾਂ ਦੀ ਗੱਲ ਕਰ ਰਹੇ ਹਾਂ। ਕੀ ਮਸਲਾ ਜਿਵੇਂ ਕਿਸਾਨ ਅੰਦੋਲਨ ਦਾ ਬਣਿਆ ਸੀ ਉਸੇ ਤਰ੍ਹਾਂ ਹੀ ਬਣ ਰਿਹਾ ਵਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਲਹੋਤਰਾ ਜੀ। ਅਰਜ਼ ਹੈ ਜੀ ਕਿ ਸੱਪ ਦੇ ਮੂੰਹ 'ਚ ਕੋੜਕਲੀ ਫਸ ਗਈ ਆ, ਕਿਉਂਕਿ ਬੀਜੇਪੀ ਦੀ ਬਹੁਤ ਖਿੱਲੀ ਹੋ ਜਾਣੀ ਹੈ ਜੇ MP ਨੂੰ ਏਦਾਂ ਉਹਨਾਂ ਨੇ ਲਾਇਆ ਜਾਂ ਏਦਾਂ ਅਰੈਸਟ ਕੀਤਾ। ਔਰ ਦੂਸਰੀ ਗੱਲ ਇਹ ਕਿ ਉਹਨਾਂ ਦਾ ਕੋਈ ਵੀ ਬੀਜੇਪੀ ਦੀ ਕੋਈ ਲੇਡੀ ਲੀਡਰ ਜਾਂ ਕੋਈ ਜੈਂਟ ਲੀਡਰ ਕੋਈ ਬੋਲਦਾ ਹੀ ਨਹੀਂ ਪਿਆ। ਕੀ ਉਹਨਾਂ ਦੇ ਮੂੰਹ 'ਚ ਘੁੰਗਣੀਆਂ ਪਈਆਂ, ਕੀ ਉਹਨਾਂ ਦੇ ਘਰ ਬਿਟੀਆਂ ਨਹੀਂ ਗਈਆਂ? ਇਹਦੇ ਅਗਰ ਇਹਨਾਂ ਨੇ ਕਾਮਯਾਬ ਨਾ ਹੋਇਆ ਤੇ ਲੋਕਾਂ ਨੇ ਬੱਚੇ ਆਪਣੇ ਖੇਡਣ ਵਾਸਤੇ ਕੁੜੀਆਂ ਭੇਜਣੀਆਂ ਨਹੀਂ ਗਈਆਂ ਜੇ ਇਹਨਾਂ ਨੇ ਏਦਾਂ ਕਰਤਾ। ਇਹ ਸ਼ਰਮ ਵਾਲੀ ਗੱਲ ਹੈ ਕਿ ਇਹੋ ਜਿਹਾ ਮੈਟਰ ਹੋਇਆ ਔਰ ਸੈਂਟਰ ਸਰਕਾਰ ਇਹਦੇ ਬਾਰੇ ਸੋਚਦੀ ਨਹੀਂ ਪਈ। ਇਹ ਬਹੁਤ ਤਗੜੀ ਸ਼ਰਮ ਵਾਸਤੇ ਗੱਲ ਆ ਸਾਡੇ ਵਾਸਤੇ ਕਿ ਸੈਂਟਰ ਨੂੰ ਸੋਚਣਾ ਚਾਹੀਦਾ। ਦੂਸਰੀ ਗੱਲ ਇਹ ਕਿ ਹਰ ਇੱਕ ਪਾਰਟੀ, ਈਵਨ ਆਮ ਪਾਰਟੀ, ਕਾਂਗਰਸ ਪਾਰਟੀ, ਬਾਕੀ ਸਾਰੀਆਂ ਪਾਰਟੀਆਂ ਦੇ ਖਿਲਾਫ ਹੱਕ 'ਚ ਬੋਲਣ ਦੇ। ਈਵਨ ਹਰ ਇੱਕ ਬੰਦੇ ਨੂੰ ਹਮਦਰਦੀ ਹੈ। ਇਹ ਅਗਰ ਮੈਟਰ ਵੱਡਾ ਹੋਇਆ ਤੇ ਬੀਜੇਪੀ ਵਾਸਤੇ ਇੱਕ ਸਿਰਦਰਦੀ ਬਣ ਜਾਏਗਾ ਅਗਲੀ ਇਲੈਕਸ਼ਨ ਵਾਸਤੇ ਵੀ। ਇਸ ਕਰਕੇ ਇਹਨਾਂ ਨੂੰ ਬੈਠ ਕੇ ਸਲਟਣਾ ਚਾਹੀਦਾ, ਨਹੀਂ ਤਾਂ ਬਹੁਤ ਮੁਸ਼ਕਲ ਹੋਏਗੀ ਬੀਜੇਪੀ ਨੂੰ। ਪਰ ਤੁਹਾਨੂੰ ਕੀ ਲੱਗਦਾ ਵਾ ਮਲਹੋਤਰਾ ਜੀ, ਕਿਉਂ ਨਹੀਂ ਕਾਰਵਾਈ ਹੋ ਰਹੀ? ਨਾਰਮਲੀ ਜਦੋਂ FIR ਹੋ ਜਾਂਦੀ ਆ ਜਿਹਦੇ 'ਚ ਇਸ ਤਰ੍ਹਾਂ ਦੇ ਆਰੋਪ ਲੱਗਦੇ ਨੇ ਤੇ ਗ੍ਰਿਫਤਾਰੀ ਪਹਿਲੀ ਚੀਜ਼ ਆ, ਇਸ ਕੇਸ ਕਿਉਂ ਨਹੀਂ ਹੋ ਰਹੀ ਗ੍ਰਿਫਤਾਰੀ? ਉਹਦਾ ਕਾਰਨ ਹੈ ਜੀ ਕਿ ਹਰਿਆਣੇ 'ਚ ਇਹਨਾਂ ਦੀ ਕੋਈ ਤਾਕਤ ਨਹੀਂ ਗਈ ਇੰਨੀ, ਤੇ ਹਰਿਆਣੇ 'ਚ ਅੱਗੇ ਹੀ ਉਹ ਵਿਗੜਦੇ ਫਿਰਦੇ ਪਏ। ਅਗਰ ਇਹਨਾਂ ਨੇ ਇੱਥੇ ਗ੍ਰਿਫਤਾਰੀ ਕਰ ਲਈ, ਬਾਕੀ ਬੰਦੇ ਨਹਾਤੇ ਧੋਤੇ ਸਾਰੇ ਇੱਕੋ ਜਿਹੇ ਹੈ, ਬਾਕੀ ਵੀ ਇਹੋ ਜਿਹੇ ਹੀ ਨਿਕਲਣੇ ਆ। ਲੀਡਰ ਕਰੀਬ ਕੋਈ ਨਾ ਕੋਈ ਹਰਕਤ ਦੀ ਨਹੀਂ, ਪਰ ਇਹ ਬ੍ਰਿਜ ਭੂਸ਼ਣ ਸ਼ਰਨ ਸਿੰਘ ਹਰਿਆਣੇ ਤੋਂ ਤਾਂ ਨਹੀਂਗਾ। ਨਹੀਂ, ਪਰ ਮੇਰੀ ਗੱਲ ਨਹੀਂ ਸਮਝੇ ਵੇ। ਜਿਹੜੀਆਂ ਕੁੜੀਆਂ ਤਾਂ ਹਰਿਆਣੇ ਦੀਆਂ ਨਾ, ਜਿਹੜੀਆਂ ਕਾਫੀ ਲੜਕੀਆਂ ਹਰਿਆਣੇ ਦੀਆਂ। ਜੀ ਹਾਂਜੀ, ਇਸ ਕਰਕੇ ਹਰਿਆਣੇ ਦਾ ਬਹੁਤ ਫਰਕ ਪੈ ਜਾਣਾ ਇਹਦੇ ਨਾਲ। ਹਰਿਆਣੇ 'ਚ ਬਹੁਤ ਫਰਕ ਪੈਣਾ ਜੇ ਉਹਦੀ ਈਨ ਮੰਨ ਲਈ ਤੇ। ਇਸ ਕਰਕੇ ਇਹ ਹੋਣ ਡਿਆ ਸਭ ਕੁਝ। ਮਿਹਰਬਾਨੀ, ਥੈਂਕ ਯੂ। ਮੀਨਵਾਈਲ ਮਨਜੀਤ ਸੁਰਖਾਂ, ਗੁਰਪ੍ਰੀਤ ਸੇਖੋਂ ਬੰਟੂ ਵੀ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿਹੜਾ ਧਰਨਾ ਲੱਗਾ ਹੋਇਆ ਵਾ ਜੰਤਰ ਮੰਤਰ ਤੇ। ਇਹ 3 ਮਹੀਨੇ ਪਹਿਲੋਂ ਵੀ ਇਹ ਸਾਰੇ ਜਿਹੜੇ ਮਹਿਲਾ ਖਿਡਾਰੀ ਜਿਹੜੇ ਨੇ ਔਰ ਇਹਨਾਂ ਦੇ ਨਾਲ ਜਿਹੜੇ ਪੁਰਸ਼ ਖਿਡਾਰੀ ਆ, ਇਹ ਇਕੱਠੇ ਹੋਏ ਸੀਗੇ। ਉਦੋਂ ਸਰਕਾਰ ਨੇ ਆਸ਼ਵਾਸਨ ਦਿੱਤਾ ਤੇ ਇਹ ਫਿਰ ਘਰ ਚਲੇ ਗਏ। ਲੇਕਿਨ ਹੁਣ 15-16 ਦਿਨ ਪਹਿਲੋਂ ਦੁਬਾਰਾ ਉੱਥੇ ਆਏ ਆ ਕਿਉਂਕਿ ਜਿਹੜੀ ਇਹ ਕਾਰਵਾਈ ਮੰਗ ਰਹੇ ਸੀ ਉਹ ਨਹੀਂ ਹੋਈ ਕਾਰਵਾਈ। 3 ਮੰਗਾਂ ਸੀ ਉਹਨਾਂ ਦੀਆਂ, FIR ਦਰਜ ਹੋਏ, ਉਹ ਹੋ ਗਈ। ਕੁਸ਼ਤੀ ਸੰਘ ਦੇ ਪ੍ਰਧਾਨਗੀ ਤੋਂ ਅਸਤੀਫਾ ਦੇਵੇ ਬ੍ਰਿਜ ਭੂਸ਼ਣ ਸ਼ਰਨ ਸਿੰਘ, ਉਹ ਨਹੀਂ ਹੋਇਆ। ਉਹ ਕਹਿ ਰਿਹਾ ਮੈਂ ਇਨਕੁਆਇਰੀ ਦੀ ਵੇਟ ਕਰੂੰਗਾ। ਔਰ ਤੀਸਰਾ ਉਹਦੀ ਗ੍ਰਿਫਤਾਰੀ, ਇਹ ਵੀ ਗ੍ਰਿਫਤਾਰੀ ਜਿਹੜੀ ਆ ਉਹ ਸਰਕਾਰ ਨਹੀਂ ਕਰ ਰਹੀ। ਦਰਸ਼ਨ ਧਾਲੀਵਾਲ ਦਾ ਕਮੈਂਟ ਹੁਣੇ ਫੇਸਬੁੱਕ ਦੇ ਉੱਪਰ ਆਇਆ ਵਾ ਕਿ ਰਾਜ ਕਰਦੀ ਪਾਰਟੀ ਦੀ ਕਿਸੇ ਵੀ ਜ਼ਿਆਦਤੀ ਦੇ ਵਿਰੁੱਧ ਹਰ ਇੱਕ ਸੂਝਵਾਨ ਵਿਅਕਤੀ ਨੂੰ ਬੋਲਣਾ ਚਾਹੀਦਾ ਹੈ ਜੇਕਰ ਦੇਸ਼ ਨੂੰ ਬਚਾਉਣਾ ਹੈ। ਆਮ ਤੌਰ ਤੇ ਜਿਹੜਾ ਸੱਤਾਧਰ ਪਾਰਟੀਆਂ ਹੁੰਦੀਆਂ, ਰਾਜ ਕਰਦੀਆਂ ਪਾਰਟੀਆਂ, ਉਹ ਧੱਕਾ ਕਰਦੀਆਂ, ਜ਼ਿਆਦਤੀਆਂ ਕਰਦੀਆਂ ਵਾ। ਸੋ ਦਰਸ਼ਨ ਸਿੰਘ ਦਾ ਖਿਆਲ ਆ ਕਿ ਜਦੋਂ ਵੀ ਇਹੋ ਜਿਹੀ ਗੱਲ ਹੋਵੇ ਤੇ ਆਮ ਲੋਕਾਂ ਨੂੰ ਜ਼ਰੂਰ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬਲਦੇਵ ਸ਼ੀਨਾ ਜੀ। ਹਾਂਜੀ ਸੰਧੂ ਸਾਹਿਬ, ਇਸ ਤਰ੍ਹਾਂ ਕਿ ਵੇਖੋ ਜਿਹੜੇ MP ਜਿਹੜੇ ਕਾਨੂੰਨ ਬਣਾਉਂਦੇ ਆ ਲੋਕਾਂ ਦੇ ਵਾਸਤੇ, ਮਤਲਬ ਹੁਣ ਜੇ ਇਹੀ ਕਾਨੂੰਨ ਨੂੰ ਆਪਣੇ ਨੂੰ ਕਾਨੂੰਨ ਨੂੰ ਨਹੀਂ ਮਤਲਬ ਕਰਦੇ ਅਪਣਾਉਂਦੇ ਤਾਂ ਫਿਰ ਬਾਕੀ ਲੋਕ ਆਪਾਂ ਕੀ ਕਰ ਸਕਦੇ ਆ? ਠੀਕ ਹੈ ਜੀ।
ਤੇ ਹਾਂ ਦੇਖੋ ਹੁਣ ਇਹ ਆ ਵੀ ਜਿਹੜੇ ਜਿਸ ਤਰ੍ਹਾਂ ਆਪਾਂ ਸਾਰੇ ਲੋਕ ਇਕੱਠੇ ਹੋ ਕੇ ਜਿਹੜੇ ਖਾਸ ਕਰਕੇ ਜਿਹੜੇ ਇਹਨਾਂ ਦਾ ਜਿਹੜਾ ਕਰੈਕਟਰ ਵਿਗੜਿਆ ਨਾ ਸਿਆਸਤ ਬੰਦਿਆਂ ਦਾ ਇਹਨਾਂ ਨੂੰ ਆਪਾਂ ਤਾਂ ਹੀ ਸੁਧਾਰ ਸਕਦੇ ਜੇ ਸਾਰੇ ਇਕੱਠੇ ਹੋਵਾਂਗੇ। ਤੇ ਇਹਦੇ ਵਿੱਚ ਆਪਾਂ ਜੇ ਕਹਿਣਾ ਜੀ ਕਿਸਾਨ ਨਾ ਆਉਣ, ਫਲਾਣਾ ਨਾ ਆਵੇ, ਫਲਾਣਾ ਨਾ ਆਵੇ, ਤੇ ਕਿਉਂਕਿ ਦੇਸ਼ ਜਿਹੜਾ ਵਾ ਉਹ ਸਾਰਿਆਂ ਦਾ ਇਕੱਠਾ ਆ। ਮਤਲਬ ਇਹ ਨਹੀਂ ਵੀ ਦੇਸ਼ ਜਿਹੜਾ ਇਕੱਲੇ ਸਿਆਸੀ ਬੰਦਿਆਂ ਦਾ ਆ, ਹਰ ਬੰਦਾ ਇਸ ਦੇਸ਼ ਦਾ ਮਤਲਬ ਜਿਹੜਾ ਨਾਗਰਿਕ ਹੈਗਾ ਉਹਦਾ ਫਰਜ਼ ਬਣਦਾ ਵਾ ਕਿ ਆਪਾਂ ਆਪਣੇ ਦੇਸ਼ ਦੇ ਰੈਪੂਟੇਸ਼ਨ ਨੂੰ ਠੀਕ ਕਰੀਏ। ਤੇ ਇਸ ਕਰਕੇ ਜਦੋਂ ਇਹੋ ਜਿਹੇ ਮਸਲੇ ਖਾਸ ਕਰਕੇ ਆਉਂਦੇ ਆ ਇਹਨਾਂ ਦੇ ਵਿੱਚ ਮਤਲਬ ਜਿਹੜਾ ਕਿਹੜੇ ਕੇਸ ਚੱਲਣੇ ਚਾਹੀਦੇ ਆ ਜੀ। ਹੁਣ ਤੁਸੀਂ ਆਪਾਂ ਗੱਲ ਕੀਤੀ ਸੀ ਟਰੰਪ ਦੀ। ਹੁਣ ਟਰੰਪ ਦਾ ਜਿਹੜਾ ਟ੍ਰਾਇਲ ਚੱਲ ਰਿਹਾ ਹੈ, ਠੀਕ ਹੈ, ਇਸ ਵੇਲੇ ਹੁਣ ਰੋਜ਼ ਟੈਲੀਵਿਜ਼ਨ ਤੇ ਉਹਦਾ ਦਾ ਟ੍ਰਾਇਲ ਚੱਲ ਰਿਹਾ ਵਾ। ਉਹਨਾਂ ਨੇ ਜਿਹੜਾ ਕੇਸ ਆ ਉਹ ਦੇਤਾ ਯੂਰੀ ਨੂੰ, ਠੀਕ ਹੈ, ਵੀ ਉਹ ਯੂਰੀ ਫੈਸਲਾ ਕਰੇਗੀ ਕਿ ਇਹ ਜਿਹੜਾ ਬੰਦੇ ਨੇ ਵੀ ਇਹਨੂੰ ਮੇਰੀ ਸਜ਼ਾ ਮਿਲਣੀ ਚਾਹੀਦੀ ਕੀ ਨਹੀਂ ਮਿਲਣੀ ਚਾਹੀਦੀ, ਠੀਕ ਹੈ, ਕਿਉਂਕਿ ਕਮ ਸੇ ਕਮ ਟ੍ਰਾਇਲ ਤੇ ਚੱਲਿਆ ਨਾ। ਇੱਕ ਰਾਸ਼ਟਰਪਤੀ ਆ ਮਤਲਬ ਜਿਹੜਾ ਰਿਹਾ ਆਪਣੇ ਸਾਬਕਾ ਮਤਲਬ ਅਮਰੀਕਾ ਦਾ, ਉਹਦੇ ਉੱਤੇ ਕੇਸ ਚੱਲ ਰਿਹਾ ਇੱਥੇ, ਮਤਲਬ ਟ੍ਰਾਇਲ ਚੱਲ ਰਿਹਾ। ਤੇ ਇੱਥੇ ਕੀ ਜਿਹੜੇ MP ਨੇ ਇਹਨਾਂ ਨੂੰ ਅਧਿਕਾਰ ਆ ਵੀ ਜੋ ਮਰਜ਼ੀ ਕਰ ਜੀ। ਇਸ ਕਰਕੇ ਮੈਂ ਕਹਿੰਦਾ ਸਾਰੇ ਜੋ ਕਿਸਾਨ ਆ ਜੋ ਵੀ ਮਜ਼ਦੂਰ ਸਾਰੇ ਇਕੱਠੇ ਹੋ ਕੇ ਤੇ ਇਹਨਾਂ ਤੇ ਦਬਾਅ ਬਣਾ ਕੇ ਤੇ ਇਹਨਾਂ ਨੂੰ ਲੋਕਾਂ ਨੂੰ ਥੋੜਾ ਜਿਹਾ ਸੁਧਾਰਨਾ ਚਾਹੀਦਾ ਜੀ। ਥੈਂਕ ਯੂ ਵੈਰੀ ਮਚ। ਬਹੁਤ ਮਿਹਰਬਾਨੀ। ਲਾਲ ਸਿੰਘ ਬੁਢਲਾਡਾ, ਰਜਿੰਦਰਜੀਤ ਸਿੰਘ ਸੀਰਾ, ਰਾਜਾ ਅਟਵਾਲ ਵੀ ਸਾਡੇ ਨਾਲ ਜੁੜੇ ਨੇ ਪੰਜਾਬ ਤੋਂ। ਇਹ ਜਿਹੜੇ ਮਹਿਲਾ ਪਹਿਲਵਾਨ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਸਮਰਥਨ ਮਿਲ ਰਿਹਾ ਵਾ। ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਉੱਥੇ ਪਹੁੰਚ ਰਹੀਆਂ ਨੇ। ਥਾਂ 'ਤੇ ਚੌਂਕਾਂ 'ਤੇ ਉੱਤੇ ਮੁਜ਼ਾਹਰੇ ਹੋ ਰਹੇ ਆ। ਕਈ ਥਾਵਾਂ 'ਤੇ ਪੁਤਲੇ ਵੀ ਸਾੜੇ ਗਏ ਆ ਬ੍ਰਿਜ ਭੂਸ਼ਣ ਸਿੰਘ ਦੇ। ਸੋ ਪੰਜਾਬ ਦੇ ਵਿੱਚ ਕਾਫੀ ਸਪੋਰਟ ਆ। ਜਿਹੜੇ ਤੁਸੀਂ ਤਸਵੀਰਾਂ ਦੇਖ ਰਹੇ ਜੇ, ਜਿਹੜੇ ਉੱਥੇ ਕਿਸਾਨ ਪਹੁੰਚੇ ਵੀ ਆ ਜੰਤਰ ਮੰਤਰ ਦੇ ਵਿੱਚ, ਉਹਨਾਂ 'ਚੋਂ ਬਹੁਤ ਸਾਰੇ ਪੰਜਾਬ, ਕੁਝ ਹਰਿਆਣਾ ਤੇ ਕੁਝ ਵੈਸਟਰਨ UP ਤੋਂ ਉੱਥੇ ਪਹੁੰਚੇ ਨੇ। ਸੋ ਇੱਕ ਤਰੀਕੇ ਦਾ ਦੁਬਾਰਾ ਇਹ ਇੱਕ ਨੈਸ਼ਨਲ ਸੰਘਰਸ਼ ਜਿਹੜਾ ਵਾ ਉਹ ਬਣ ਰਿਹਾ ਵਾ। ਔਰ ਜਿਵੇਂ ਕਿਸਾਨ ਅੰਦੋਲਨ ਵੇਲੇ 2 ਸਾਲ ਪਹਿਲੋਂ 2.5 ਸਾਲ ਪਹਿਲੋਂ ਬਣਿਆ ਸੀ, ਉਸ ਤਰ੍ਹਾਂ ਦੀ ਸਿਚੁਏਸ਼ਨ ਬਣ ਰਹੀ ਆ। ਹੈਰਾਨਗੀ ਦੀ ਇਹ ਗੱਲ ਇਹ ਆ ਕਿ ਕੇਂਦਰ ਸਰਕਾਰ ਇਹ ਸਭ ਕੁਝ ਹੋਣ ਦੇ ਰਹੀ ਆ। ਕਿਉਂ ਨਹੀਂ ਉਹ ਕਾਰਵਾਈ ਕਰਕੇ ਇਹਨਾਂ ਸਾਰਿਆਂ ਨੂੰ ਘਰ ਭੇਜ ਦਿੰਦੀ ਤਾਂ ਕਿ ਇਹ ਸਾਰੇ ਸੰਤੁਸ਼ਟ ਹੋ ਜਾਣ। ਔਰ ਫਿਰ ਇੱਕ ਭਾਵੇਂ ਕਿਸੇ ਪਾਰਟੀ ਦਾ ਉਹ ਮੈਂਬਰ ਪਾਰਲੀਮੈਂਟ ਆ, ਪਰ ਇਹਨੂੰ ਪਾਰਟੀ ਆਪਣੇ ਆਪ 'ਤੇ ਕਿਉਂ ਲੈ ਰਹੀ ਹੈ? ਆਫਟਰ ਆਲ ਇਹ ਤਾਂ ਨਿੱਜੀ ਕੰਡਕਟ ਹੈ ਕਿਸੇ ਬੰਦੇ ਦਾ, ਔਰ ਜੇ ਕਿਸੇ ਦਾ ਨਿੱਜੀ ਕੰਡਕਟ ਮਾੜਾ ਹੋਵੇ ਤਾਂ ਉਹਦੇ 'ਚ ਕਾਰਵਾਈ ਕਰਨ ਦੇ ਵਿੱਚ ਕਿਉਂ ਝਿਜਕਣਾ? ਮੀਨਵਾਈਲ ਰਾਜਾ ਅਟਵਾਲ ਦਾ ਵਿਚਾਰ ਆਇਆ ਵਾ ਕਿ ਸਾਨੂੰ ਨਵਾਂ ਸਿਸਟਮ ਲਿਆਉਣ ਦੀ ਲੋੜ ਆ। ਇਹ ਨਹੀਂ ਦੱਸਿਆ ਉਹਨਾਂ ਨੇ ਕਿਸ ਤਰ੍ਹਾਂ ਦਾ ਸਿਸਟਮ, ਪਰ ਨਵਾਂ ਸਿਸਟਮ ਲਿਆਉਣ ਦੀ ਲੋੜ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ। ਪਿਆਰਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਡਿਟੇਲ ਤਾਂ ਸਭ ਨੇ ਦੱਸ ਹੀ ਦਿੱਤੀ ਹੈ, ਪਰ ਹਰ ਗੈਰਤਮੰਦ ਆਦਮੀ ਨੂੰ ਆਵਾਜ਼ ਉਠਾਉਣੀ ਚਾਹੀਦੀ ਆ। ਕਿਉਂਕਿ ਸਰਕਾਰ ਪੱਖੀ ਕੋਈ ਗੈਰਤਾ ਹੈ ਹੀ ਨਹੀਂ, ਨਾ ਕੋਈ ਔਰਤਾਂ ਨੇ ਮਰਦ ਕੋਈ ਹੈ ਨਹੀਂ। ਇਹ ਬੇਗੈਰਤਾਂ ਦੀ ਸਰਕਾਰ ਹੈ। ਧੰਨਵਾਦ। ਮਿਹਰਬਾਨੀ। ਹਰ ਗੈਰਤਮੰਦ ਬੰਦੇ ਨੂੰ ਆਵਾਜ਼ ਜਿਹੜੀ ਆ ਜ਼ਰੂਰ ਚੁੱਕਣੀ ਚਾਹੀਦੀ ਆ। ਕੁਝ ਲੋਕੀ ਬੋਲੇ ਨੇ, ਪਲੇਅਰ ਵੀ ਕੁਝ ਬੋਲੇ ਨੇ। ਨੀਰਜ ਚੋਪੜਾ ਜਿਹੜੇ ਸਾਡੇ ਜੈਵਲਿਨ ਥਰੋਅਰ ਨੇ, 골ਡ ਮੈਡਲਿਸਟ ਨੇ, 올림픽 골ਡ ਮੈਡਲਿਸਟ, ਸਭ ਤੋਂ ਪਹਿਲੋਂ ਪਲੇਅਰਾਂ ਦੇ ਵਿੱਚੋਂ ਉਹਨਾਂ ਨੇ ਇਹਨਾਂ ਦੀ ਬਾਕੀ ਪਲੇਅਰਾਂ ਜਿਹੜੇ ਮਹਿਲਾ ਪਹਿਲਵਾਨ ਨੇ ਔਰ ਦੂਜੇ ਪਹਿਲਵਾਨ ਨੇ ਇਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ, ਆਵਾਜ਼ ਚੁੱਕੀ। ਬਾਅਦ ਦੇ ਵਿੱਚ ਫਿਰ ਬਾਕੀ ਪਲੇਅਰ ਵੀ ਉਹਨਾਂ ਦੀ ਮਦਦ 'ਚ ਆਏ। ਹਾਲੀ ਵੀ ਬਹੁਤ ਸਾਰੇ ਪਲੇਅਰ, ਬਹੁਤ ਸਾਰੇ ਸਿਆਸੀ ਲੀਡਰ, ਬਹੁਤ ਸਾਰੇ ਸੰਗਠਨ ਚੁੱਪ ਨੇ। ਉਹਨਾਂ ਨੂੰ ਲੱਗਦਾ ਵਾ ਕਿ ਜਿਹੜੀ ਸੱਤਾਧਾਰ ਪਾਰਟੀ ਆ ਕੇਂਦਰ ਦੇ ਵਿੱਚ, ਉਹਨੂੰ ਆਪਾਂ ਕਿਉਂ ਨਾਰਾਜ਼ ਕਰੀਏ। ਮੈਂ ਫਿਰ ਦੱਸ ਦੇਵਾਂ ਕਿ ਸਿਚੁਏਸ਼ਨ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਆ। ਕੱਲ੍ਹ ਬੈਰੀਅਰ ਤੋੜ ਕੇ, ਜਿਹੜੇ ਪੁਲਿਸ ਨੇ ਬੈਰੀਅਰ ਲਾਏ ਸੀ, ਉਹ ਤੋੜ ਕੇ ਕੁਝ ਕਿਸਾਨ ਇਹਨਾਂ ਦੀ ਸਪੋਰਟ ਦੇ ਵਿੱਚ ਉੱਥੇ ਪਹੁੰਚੇ ਨੇ। ਮੀਨਵੇਲ ਬਾਬਾ ਜ਼ੀਰਾ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ, ਉਹਨਾਂ ਦਾ ਵੀ ਸਵਾਗਤ ਹੈ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਜਿਹੜੀ ਪਾਰਟੀ ਸੱਤਾ 'ਚ ਹੁੰਦੀ ਆ ਉਹਨੂੰ ਇਹ ਸਮਝਣਾ ਚਾਹੀਦਾ ਵਾ ਕਿ ਇਸ ਤਰ੍ਹਾਂ ਦੇ ਜਦੋਂ ਮੁਜ਼ਾਹਰੇ ਹੁੰਦੇ ਆ ਉਹਦੇ ਨਾਲ ਆਰਥਿਕ ਘਾਟਾ ਪੈਂਦਾ ਮੁਲਕ ਨੂੰ। ਇਹਦੇ ਨਾਲ ਟਰਸਟ ਜਿਹੜੀ ਆ, ਵਿਸ਼ਵਾਸ ਜਿਹੜਾ ਵਾ ਉਹ ਵੀ ਟੁੱਟਦਾ ਵਾ ਤੇ ਮੁਲਕ ਦਾ ਜਿਹੜੀ ਤਰੱਕੀ ਆ ਉਹਨੂੰ ਢਾਹ ਲੱਗਦੀ ਹੈ। ਬਿਲਕੁਲ ਸਹੀ ਕਿਹਾ ਸਤਨਾਮ ਸਿੰਘ ਧਾਮੀ ਜੀ। ਪਤਾ ਨਹੀਂ ਸਰਕਾਰਾਂ ਇਹ ਕਿਉਂ ਇਹੋ ਜਿਹੇ ਹਾਲਾਤ ਪੈਦਾ ਕਰਦੀਆਂ ਵੀ ਲੋਕਾਂ ਨੂੰ ਸੜਕਾਂ 'ਤੇ ਉਤਰਨਾ ਪਏ, ਮੁਜ਼ਾਹਰੇ ਕਰਨੇ ਪੈਣ, ਸੜਕਾਂ ਰੋਕਣੀਆਂ ਪੈਣ, ਜਾਮ ਕਰਨੀਆਂ ਪੈਣ। ਉਹਦੇ ਨਾਲ ਓਬਵੀਅਸਲੀ ਨਾਰਮਲ ਇਕੋਨਮੀ ਜਿਹੜੀ ਆ ਉਹਨੂੰ ਨੁਕਸਾਨ ਹੁੰਦਾ ਹੀ ਹੁੰਦਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ। ਨਿਰਮਲ ਸਿੰਘ ਬੋਲ ਰਿਹਾ ਜੀ। ਹਾਂਜੀ ਨਿਰਮਲ ਸਿੰਘ ਜੀ। ਸਰ ਜੀ ਗੱਲ ਇਹ ਹੈਗੀ ਆ ਵੀ ਜੇ ਤਾਂ ਕਿਸੇ ਨੇਤਾ ਦੇ ਜਾਂ ਲੀਡਰ ਦੇ ਆਪਣੇ ਧੀਆਂ ਪੁੱਤਰ ਹੋਣ ਦੁਖੀ ਤਾਂ ਉਹਨੂੰ ਦੁੱਖ ਦੂਸਰਿਆਂ ਦੇ ਬੱਚਿਆਂ ਦਾ ਮਹਿਸੂਸ ਹੋਵੇ। ਪਰ ਇੱਥੇ ਤਾਂ ਹੁਣ ਸਾਡੇ ਨੇਤਾ ਹੀ, ਹੁਣ ਕੀ ਕਹੀਏ, ਉਹਨਾਂ ਦੇ ਬੱਚੇ ਪਤਾ ਨਹੀਂ ਹੈਗੇ ਵੀ ਕਿ ਨਹੀਂ ਕਿਸੇ ਦੇ। ਤੇ ਦੂਸਰੀ ਗੱਲ ਇਹ ਆ ਵੀ ਕਾਨੂੰਨ ਜਿਹੜਾ ਹੈਗਾ, ਕਹਿੰਦੇ ਆ ਵੀ ਸਾਰਿਆਂ ਲਈ ਕਾਨੂੰਨ ਇੱਕੋ ਬਰਾਬਰ ਹੈ, ਪਰ ਉਹ ਅਫਲਾਤੂਨ ਦੇ ਸ਼ਬਦ ਯਾਦ ਆਉਂਦੇ। ਕਹਿੰਦਾ ਅਸਲ
ਕਾਨੂੰਨ ਕਹਿੰਦਾ ਇਹ ਜਿਹੜੇ ਕਹਿੰਦੇ ਸਾਰਿਆਂ ਲਈ ਬਰਾਬਰ ਆ, ਉਹ ਗਲਤ ਹੈ। ਕਹਿੰਦਾ ਕਿ ਕਾਨੂੰਨ ਤਾਂ ਇੱਕ ਮੱਕੜ ਜਾਲ ਹੈ ਜਿਹਦੇ ਵਿੱਚ ਛੋਟੇ ਛੋਟੇ ਜਾਨਵਰ ਤਾਂ ਫਸ ਜਾਂਦੇ ਨੇ, ਜੀਵ ਜੰਤੂ, ਪਰ ਜਿਹੜੇ ਵੱਡੇ ਜਾਨਵਰ ਨੇ ਨਾ ਉਹ ਤਾਂ ਪਾੜ ਕੇ ਲੰਘ ਜਾਂਦੇ ਨੇ। ਇਹ ਸਾਡੇ ਹੁਣ ਜਿਹੜੇ ਇੱਥੇ ਆ ਬ੍ਰਿਜ ਭੂਸ਼ਣ ਜਾਂ ਹੋਰ ਵੱਡੇ ਵੱਡੇ, ਇੱਕ ਉਹ ਲਖੀਮਪੁਰ ਖੇੜੀ ਵਾਲੇ, ਸਭ ਵੱਡੇ ਵੱਡੇ ਜਾਨਵਰ ਨੇ ਜੀ। ਇਹਨਾਂ ਨੂੰ ਇਹਨਾਂ ਦਾ ਕਾਨੂੰਨ ਦੇ ਮੱਕੜ ਜਾਲ ਦਾ ਕੋਈ ਹੈ ਨੀ ਗਾ ਫੰਦਾ ਇਹਨਾਂ ਲਈ ਜੀ। ਇਹ ਤਾਂ ਲੋਕ ਰਾਏ ਇਕੱਠੀ ਹੋ ਜਾਵੇ ਜੇ ਕਿਸਾਨ ਅੰਦੋਲਨ ਵਾਂਗੂ, ਤਾਂ ਹੀ ਕੁਛ ਹੋ ਸਕਦਾ ਜੀ। ਮਿਹਰਬਾਨੀ ਨਿਰਮਲ ਸਿੰਘ ਜੀ। ਲੋਕ ਰਾਏ ਇਕੱਠੀ ਹੋਵੇ, ਕਿਸਾਨ ਅੰਦੋਲਨ ਵਾਂਗੂ ਲੋਕ ਇਕੱਠੇ ਹੋਣ ਤਾਂ ਦੀ ਕੁਛ ਹੋ ਸਕਦਾ ਵਾ। ਸੰਵਿਧਾਨ ਸਾਡਾ ਆਂਦਾ ਵਾ ਸਾਰਿਆਂ ਦੀ ਕਾਨੂੰਨ ਬਰਾਬਰ ਹੈ, ਪਰ 70 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਜੋ ਹਾਲਾਤ ਨੇ ਉਹ ਆਪਣੇ ਸਾਹਮਣੇ ਨੇ। ਕਾਨੂੰਨ ਆਮ ਲੋਕਾਂ ਲਈ ਹੋਰ ਤੇ ਰਸੂਖ ਵਾਲੇ ਲੋਕਾਂ ਲਈ ਹੋਰ। ਪ੍ਰੀਤ ਕੰਵਲ ਕਹਿ ਰਹੇ ਨੇ ਕਿ ਜਿੱਥੇ ਫੇਸਬੁੱਕ ਤੇ ਕਮੈਂਟ ਆਇਆ ਵਾ ਜਿਹੜਾ ਤੁਹਾਡੀ ਸਕਰੀਨ ਤੇ ਸ਼ੇਅਰ ਕਰ ਰਹੇ ਹਾਂ, ਜਿੱਥੇ 40 ਦੇ ਕਰੀਬ ਪਰਚੇ ਹੋਣ ਦੇ ਬਾਵਜੂਦ ਹੁਣ ਤੱਕ ਕੁਝ ਨਹੀਂ ਹੋਇਆ, ਤਾਂ ਹੁਣ ਕੀ ਹੋਵੇਗਾ? ਇਹ ਪ੍ਰੀਤ ਕੰਵਲ ਦਾ ਕਮੈਂਟ ਆ। ਰਾਜਾ ਅਟਵਾਲ ਦਾ ਵੀ ਤਾਜ਼ਾ ਕਮੈਂਟ ਤੁਸੀਂ ਫੇਸਬੁੱਕ ਦੇ ਉੱਪਰ ਦੇਖ ਸਕਦੇ ਜੀ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰਫਤਿਹ ਪ੍ਰੇਮਪੁਰਾ ਜੀ। ਹਾਂਜੀ ਸੰਧੂ ਸਾਹਿਬ, ਮੈਂ ਤੁਹਾਨੂੰ ਵਧਾਈ ਦੇਣਾ, ਤੁਸੀਂ ਬੇਟੀਆਂ ਦਾ ਦੁੱਖ ਮਹਿਸੂਸ ਕਰ ਰਹੇ ਹੋ, ਜਿਹੜਾ ਤੁਸੀਂ ਦੁਬਾਰਾ ਫੇਰ ਲਿਆਂਦਾ ਮੁੱਦਾ। ਇਹ ਸਭ ਤੋਂ ਵੱਡੀ ਕਮਜ਼ੋਰੀ ਹੈ ਹਿੰਦੁਸਤਾਨ ਦੀ, ਆਪੋਜੀਸ਼ਨ ਖਤਮ ਹੋ ਗਈ। ਜਿਹੜਾ ਆਪੋਜੀਸ਼ਨ ਦਾ ਕੰਮ ਸੀ ਉਹ ਪਬਲਿਕ ਨੂੰ ਸੜਕਾਂ ਤੇ ਆ ਕੇ ਕਰਨਾ ਪੈ ਰਿਹਾ, ਔਰ ਐਡਾ ਘਿਨਾਉਣਾ ਕੰਮ ਗੌਰਮੈਂਟ ਨੂੰ ਜੂੰ ਨਹੀਂ ਸਰਕਦੀ ਪਈ ਇਹਨਾਂ ਦੇ ਸਿਰ ਤੇ। ਇਹ ਤੇ ਫਿਰ ਇਹ ਬਜ਼ੁਰਗ ਕਹਿੰਦੇ ਹੁੰਦੇ ਵੀ ਅੰਗਰੇਜ਼ਾਂ ਦੇ ਰਾਜ 'ਚ ਬੱਕਰੀ ਦੇ ਗਲ ਕਹਿਣਾ ਪਾ ਦਿਓ ਚਰ ਕੇ ਘਰ ਆ ਜਾਂਦੀ, ਤੇ ਇਹ ਆਪਣਾ ਰਾਜ ਕਾਹਦਾ ਹੋਇਆ? ਤੇ ਫਿਰ ਗੁੰਡਾਗਰਦੀ ਹੋ ਗਈ ਵੀ ਜਿਹੜੇ ਤੇ ਰਾਜ ਦੇ ਵਿੱਚ ਨੇ, ਸੱਤਾ ਦੇ ਨਾਲ ਨੇ, ਜੋ ਮਰਜ਼ੀ ਕਰੀ ਜਾਣ। ਇਹ ਤੇ ਬੜੇ ਦੁੱਖ ਦੀ ਗੱਲ ਹੈ ਜੀ, ਜਿਹੜੇ ਐਡੇ ਵੱਡੇ ਖਿਡਾਰੀ ਇੰਟਰਨੈਸ਼ਨਲ ਲੈਵਲ ਵਾਲਿਆਂ ਦੀ ਨਹੀਂ ਸੁਣਵਾਈ ਹੋ ਰਹੀ, ਤੇ ਆਮ ਬੇਟੀਆਂ ਹਿੰਦੁਸਤਾਨ ਕਿਵੇਂ ਸੁਰੱਖਿਅਤ ਹੋਣਗੀਆਂ? ਬਿਲਕੁਲ ਠੀਕ ਹੈ। ਥੈਂਕ ਯੂ ਭਾਈ ਸਾਹਿਬ, ਤੁਹਾਡੇ ਵਿਊ ਜਿਹੜੇ ਨੇ ਬਿਲਕੁਲ ਕਲੀਅਰ ਨੇ, ਆ ਗਏ ਨੇ ਪ੍ਰੇਮਪੁਰਾ ਜੀ। ਮੀਨਵਾਈਲ ਅਮਨ ਸਿੰਘ ਕੰਬੋਜ ਦਾ ਵੀ ਕਮੈਂਟ ਆ, ਪੁਰਾਣੀ ਗੱਲ ਵੀ ਉਹਨਾਂ ਨੇ ਕੀਤੀ ਆ ਕਿ ਜਿਹੜੇ ਲੋਕਾਂ ਨੇ ਐਮਰਜੈਂਸੀ ਨੂੰ ਅਪੋਜ਼ ਕੀਤਾ ਸੀ, ਸਿੱਖਾਂ ਨੇ ਕੀਤਾ ਸੀ, ਉਹ ਫਿਰ ਕਈ ਚਿਰ ਉਹਨਾਂ ਨੂੰ ਸਫ਼ਰ ਕਰਨਾ ਪਿਆ, ਔਰ ਹੁਣ ਸਿੱਖ ਤੇ ਜਾਟ ਜਿਹੜੇ ਨੇ ਉਹ ਕਾਲੇ ਕਾਨੂੰਨਾਂ ਦੀ ਲਪੇਟ ਦੇ ਵਿੱਚ ਨੇ। ਜਸਵਿੰਦਰ ਚਾਹਲ ਦਾ ਕਮੈਂਟ ਫੇਸਬੁੱਕ ਦੇ ਉੱਪਰ ਆਇਆ ਵਾ ਕਿ ਜੋਗਿੰਦਰ ਸਿੰਘ ਉਗਰਾਹਾਂ ਬੜਾ ਸੋਚ ਸਮਝ ਕੇ ਫੈਸਲਾ ਲੈਂਦੇ ਨੇ, ਜੇ ਉਹ ਪਹਿਲਵਾਨਾਂ ਦੇ ਹੱਕ ਵਿੱਚ ਖੜਨਗੇ ਤਾਂ ਸਮਝੋ ਸੈਂਟਰ ਸਰਕਾਰ ਦਾ ਝੁਕਣਾ ਤੈਅ ਹੈ। ਜੇ ਉਹ ਹੋਰ ਕਿਸਾਨਾਂ ਸੱਦਾ ਦਿੰਦੇ ਹਨ ਤਾਂ ਲੋਕ ਤਿਆਰ ਬਰ ਤਿਆਰ ਨੇ ਦਿੱਲੀ ਜਾਣ ਨੂੰ। ਚੰਗਾ ਹੋਵੇ ਸਰਕਾਰ ਝੁਕ ਜਾਵੇ, ਨਹੀਂ ਤਾਂ ਵੱਡੇ ਕਾਫਲੇ ਦਿੱਲੀ ਜਾਣ ਨੂੰ ਫਿਰ ਤਿਆਰ ਨੇ। ਜਸਵਿੰਦਰ ਚਾਹਲ ਦਾ ਇਹ ਕਮੈਂਟ ਹੈ। ਮੇਰੇ ਖਿਆਲ ਬੜੀ ਸਿੰਪਲ ਜਿਹਾ ਮਸਲਾ ਵਾ ਕਿ ਇੱਕ ਸ਼ਖਸ ਜਿਹੜਾ ਜਿਹਦੇ ਖਿਲਾਫ ਇਲਜ਼ਾਮ ਆ ਉਹਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਆ। ਮੇਰੇ ਖਿਆਲ ਜੇ ਕੋਈ ਕਹਿੰਦੇ ਵੀ ਇਨਕੁਆਇਰੀ ਕਰਨੀ ਆ ਤਾਂ ਇਨਕੁਆਇਰੀ ਵੀ ਇਹੋ ਜਿਹੇ ਮਸਲੇ ਦੇ ਵਿੱਚ ਤੇ ਮੇਰੇ ਖਿਆਲ 8-10 ਘੰਟਿਆਂ 'ਚ ਵੀ ਹੋ ਸਕਦੀ ਆ। ਫੌਰਨ ਗ੍ਰਿਫਤਾਰੀ ਹੋ ਜਾਏ, ਮਸਲਾ ਹੱਲ ਹੋ ਜਾਂਦਾ ਵਾ। ਸੋ ਇੰਨਾ ਵੱਡਾ ਮਸਲਾ ਪਤਾ ਨਹੀਂ ਕਿਉਂ ਬਣਿਆ ਹੋਇਆ ਵਾ, ਔਰ ਕਿਉਂ ਸਰਕਾਰਾਂ ਐਡਾ ਵੱਡਾ ਮਸਲਾ ਜਿਹੜਾ ਵਾ ਉਹ ਬਣਾਉਂਦੀਆਂ। ਇਹਦੇ 'ਚ ਜਿਹੜੀਆਂ ਸਾਡੀਆਂ ਖੇਡ ਐਸੋਸੀਏਸ਼ਨਸ ਨੇ ਉਹਨਾਂ ਦਾ ਵੀ ਕਾਫੀ ਰੋਲ ਹੈ ਇਹਦੇ ਵਿੱਚ। ਇੰਡੀਅਨ ਓਲੰਪਿਕ ਐਸੋਸੀਏਸ਼ਨ ਜਿਨ੍ਹਾਂ ਥੱਲੇ ਇਹ ਸਾਰੀਆਂ ਫੈਡਰੇਸ਼ਨਸ ਆਉਂਦੀਆਂ, ਸਾਰੀਆਂ ਐਸੋਸੀਏਸ਼ਨਸ ਆਉਂਦੀਆਂ, ਕੁਸ਼ਤੀ ਸੰਘ ਵੀ ਉਹਦਾ ਹਿੱਸਾ ਵਾ, ਉਹਨੂੰ ਇਹਦੇ 'ਚ ਪੁਖਤਾ ਕਾਰਵਾਈ ਕਰਨੀ ਚਾਹੀਦੀ ਸੀ। ਲੇਕਿਨ PT ਊਸ਼ਾ ਖੁਦ ਖਿਡਾਰੀ ਨੇ, ਇੰਟਰਨੈਸ਼ਨਲ ਖਿਡਾਰੀ ਰਹੇ ਨੇ, ਉਹ ਉਹਦੇ ਪ੍ਰਧਾਨ ਨੇ, ਉਹਨਾਂ ਨੇ ਪਹਿਲੋਂ ਕਿਹਾ ਕਿ ਸਾਡੇ ਕੋਲ ਇਹਨਾਂ ਨੂੰ ਆਉਣਾ ਚਾਹੀਦਾ ਸੀ, ਸੜਕਾਂ 'ਤੇ ਧਰਨਾ ਨਹੀਂ ਸੀ ਦੇਣਾ ਚਾਹੀਦਾ। PT ਊਸ਼ਾ ਨੂੰ ਵੀ ਪੁੱਛਣਾ ਚਾਹੀਦਾ ਵਾ ਕਿ ਤੁਸੀਂ ਇਹਦੇ ਵਾਸਤੇ ਕੀ ਕੀਤਾ। ਜੇ ਤੁਸੀਂ ਇਹਦੇ ਵਾਸਤੇ ਜੋ ਕਾਰਵਾਈ ਬਣਦੀ ਸੀ ਉਹ ਨਹੀਂ ਕੀਤੀ ਤੇ ਫਿਰ ਮਜਬੂਰ ਹੋ ਕੇ ਇਹ ਪਹਿਲਵਾਨ ਹੁਣ ਸੜਕਾਂ 'ਤੇ ਆਏ ਹੋਏ ਨੇ। ਜੇ ਤੁਸੀਂ ਕਾਰਵਾਈ ਕਰਦੇ ਤਾਂ ਲੋੜ ਹੀ ਨਹੀਂ ਸੀਗੀ। ਸੋ ਇਹ ਤੁਹਾਡੀ ਕਮਜ਼ੋਰੀ ਕਰਕੇ ਇਹ ਸਭ ਕੁਝ ਹੋ ਰਿਹਾ। ਮੀਨਵਾਈਲ ਪ੍ਰੀਤ ਕੰਵਲ ਦਾ ਅਰਵਿੰਦ ਕੇਜਰੀਵਾਲ ਬਾਰੇ ਕਮੈਂਟ ਆ, ਲੇਕਿਨ ਅੱਜ ਪ੍ਰੀਤ ਕੰਵਲ ਇਹਦੇ ਬਾਰੇ ਨਹੀਂ ਮਸਲਾ, ਉਹ ਪੰਜਾਬੀ ਮੀਡੀਆ ਵਗੈਰਾ ਦੀ ਗੱਲ ਕਰ ਰਹੇ ਆ। ਅੱਜ ਇਹ ਮਸਲਾ ਨਹੀਂ, ਅੱਜ ਪਹਿਲਵਾਨਾਂ ਦੀ ਗੱਲ ਕਰ ਰਹੇ ਆ, ਔਰ ਕੀ ਉੱਥੇ ਸਥਿਤੀ ਕਿਸਾਨ ਅੰਦੋਲਨ ਵਰਗੀ ਬਣ ਰਹੀ ਆ, ਇਹਦੇ ਤੇ ਗੱਲਬਾਤ ਕਰ ਰਹੇ। ਹੈਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਕੈਪਟਨ ਇਕਬਾਲ ਸਿੰਘ। ਸੰਧੂ ਸਾਹਿਬ, ਗੁਰਬਾਣੀ 'ਚ ਲਿਖਿਆ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਨ।
ਬੜੇ ਅਫਸੋਸ ਦੀ ਗੱਲ ਹੈ। ਇਹ ਸਾਡੀਆਂ ਬੇਟੀਆਂ, ਬੇਸ਼ੱਕ ਅਸੀਂ ਵਿਦੇਸ਼ਾਂ ਵਿੱਚ ਚਲੇ ਗਏ, ਜੋ ਕੁਛ ਹਾਲਤ ਹੋ ਰਹੀ ਹੈ ਬੜਾ ਅਫਸੋਸ ਹੋ ਰਿਹਾ ਹੈਗਾ। 1907 ਵਿੱਚ ਵੀ ਜਿਹੜਾ ਅੰਦੋਲਨ ਕਿਸਾਨਾਂ ਨੇ ਕੀਤਾ ਸੀ, ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ, ਉਹ ਪੁਰਾਣਾ ਪੰਜਾਬ ਹੁਣ ਵੀ ਦੇਖ ਲਓ ਤੁਹਾਡੇ ਸਾਹਮਣੇ ਹੈ। ਪੰਜਾਬ 'ਚੋਂ ਕਿਸਾਨ ਉੱਠੇ ਸੀ, ਫਿਰ ਹਰਿਆਣਾ ਵੀ ਨਾਲ ਮਿਲ ਗਿਆ, ਯੂਪੀ ਵੀ ਨਾਲ ਮਿਲ ਗਈ, ਜੱਟ ਅਤੇ ਜਾਟ ਇਹ ਜਦੋਂ ਉੱਠ ਖੜੇ ਨਾ ਸਰਕਾਰ ਨੂੰ ਝੁਕਣਾ ਹੀ ਪਊਗਾ। ਮੈਨੂੰ ਪਤਾ ਹੈ ਵੀ ਬਹੁਤ ਵੱਡਾ ਅੰਦੋਲਨ ਬਣ ਜਾਊਗਾ। ਸ਼ੋਰ ਅਸੀਂ ਵਿਦੇਸ਼ਾਂ 'ਚ ਬੈਠੇ ਆ, ਇਹਨਾਂ ਧੀਆਂ ਭੈਣਾਂ ਦੇ ਨਾਲ ਜੋ ਕੁਛ ਕਰ ਸਕਦੇ ਆ ਕਰਾਂਗੇ। ਜੋਗਿੰਦਰ ਸਿੰਘ ਉਗਰਾਹਾ ਦੇਖੋ ਇਹ ਸਾਹਮਣੇ ਪਹੁੰਚ ਗਏ ਨੇ ਉੱਥੇ। ਇਹ ਬਹੁਤ ਵੱਡੀ ਜਥੇਬੰਦੀ ਹੈ, ਇਹਨਾਂ ਦਾ ਇਕੱਠ ਵੀ ਬੜਾ ਹੁੰਦਾ ਹੈ। ਬੜਾ ਦੁੱਖ ਹੈ। ਤੁਸੀਂ ਇੱਕ ਚੀਜ਼ ਦੇਖੋ, ਜਿੰਨੀਆਂ ਵੀ ਖੇਡਾਂ ਨਾ ਤਾਕਤ ਵਾਲੀਆਂ ਉਹ ਸਾਰੇ ਪੰਜਾਬ ਹਰਿਆਣਾ ਵਗੈਰਾ ਖੇਡਦਾ ਹੈ। ਸਰਕਾਰ ਨੂੰ ਮੰਨ ਜਾਣਾ ਚਾਹੀਦਾ, ਲੇਕਿਨ ਸਰਕਾਰ ਮੰਨਣ ਵਾਲੀ ਨਹੀਂ ਹੈ ਜਲਦੀ ਕਿਤੇ। ਉਦੋਂ ਮੰਨੂ ਜਦੋਂ ਸਾਰੇ ਹਿੰਦੁਸਤਾਨ ਖੜਾ ਹੋਇਆ। ਮਿਹਰਬਾਨੀ ਸਰ, ਥੈਂਕ ਯੂ। ਮੀਨਵਾਈਲ ਪ੍ਰੀਤ ਕਮਲ ਔਰ ਦਿਲਜੀਤ ਸੰਧੂ ਦੇ ਕਮੈਂਟ ਵੀ ਤੁਸੀਂ ਫੇਸਬੁੱਕ ਦੇ ਉੱਪਰ ਦੇਖ ਸਕਦੇ ਜੇ। ਮੇਰੀ ਗੁਜ਼ਾਰਿਸ਼ ਆ ਕਿ ਤੁਹਾਡੇ 'ਚੋਂ ਬਹੁਤ ਸਾਰਿਆਂ ਨੇ ਖੁਦ ਖੇਡਾਂ ਦੇ ਵਿੱਚ ਹਿੱਸਾ ਲਿਆ ਹੋਊਗਾ। ਕੋਈ ਤੁਹਾਡੇ 'ਚੋਂ ਪਹਿਲਵਾਨ, ਬਾਕਸਰ, ਐਥਲੀਟ ਵੀ ਰਹੇ ਹੋਣਗੇ, ਹਾਕੀ ਪਲੇਅਰ ਰਹੇ ਹੋਣਗੇ। ਤੁਸੀਂ ਵੀ ਆਪਣੇ ਐਕਸਪੀਰੀਅੰਸਿਸ ਜ਼ਰੂਰ ਸ਼ੇਅਰ ਕਰੋ ਕਾਲ ਕਰਕੇ। ਔਰ ਜੇ ਸਾਡੀਆਂ ਭੈਣਾਂ ਬੇਟੀਆਂ ਜਿਨ੍ਹਾਂ ਨੇ ਖੇਡਾਂ ਦੇ ਵਿੱਚ ਹਿੱਸਾ ਲਿਆ ਔਰ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਦੀ ਪਰੇਸ਼ਾਨੀ ਆਈ, ਉਹਨਾਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਵੀ ਆਪਣੇ ਤਰੀਕੇ ਨਾਲ ਇਹ ਗੱਲ ਜਿਹੜੀ ਹੈ ਸਾਡੇ ਨਾਲ ਸਾਂਝੀ ਕਰਨ ਔਰ ਉਹ ਦੱਸਣ ਕਿ ਕਿਸ ਤਰ੍ਹਾਂ ਦਾ ਸ਼ੋਸ਼ਣ ਹੁੰਦਾ ਵਾ ਔਰ ਕੀ ਕਰਨ ਦੀ ਲੋੜ ਆ ਇਸ ਚੀਜ਼ ਨੂੰ ਰੋਕਣ ਵਾਸਤੇ। ਆਫਟਰ ਆਲ ਜੇ ਕਿਸੇ ਦਾ ਆਪਣਾ ਐਕਸਪੀਰੀਅੰਸ ਆ, ਫਸਟ ਹੈਂਡ ਐਕਸਪੀਰੀਅੰਸ ਆ, ਤੇ ਉਹ ਬਿਹਤਰ ਦੱਸ ਸਕਦਾ ਵੀ ਕੀ ਕਰਨ ਦੀ ਲੋੜ ਆ। ਮੀਨਵਾਈਲ ਬਹੁਤ ਸਾਰੇ ਕਮੈਂਟ ਸਾਡੇ ਫੇਸਬੁੱਕ ਤੇ ਵੀ ਆਏ ਨੇ। ਪਾਲੀ ਗਿੱਦਰਬਾ, ਰਜਿੰਦਰਜੀਤ ਸਿੰਘ ਸੀਰਾ, ਅੰਮ੍ਰਿਤਪਾਲ ਔਲਖ, ਮਲਕੀਤ ਮਿਰਜ਼ਿਆਣਾ, ਮਨਜੀਤ ਸੁਰਖਾਂ, ਇਹ ਵੀ ਮੈਂ ਸ਼ੇਅਰ ਕਰੂੰਗਾ, ਕਾਲਸ ਵੀ ਲਊਂਗਾ। ਮਨਜੀਤ ਸੁਰਖਾਂ ਕਹਿ ਰਹੇ ਨੇ ਅੱਗੇ ਸਟੇਟਾਂ ਦੇ ਵਿੱਚ ਰੌਲਾ ਪੈ ਰਿਹਾ ਸੀ ਕਿ ਬੱਚੇ ਖੇਡਾਂ ਵਿੱਚ ਨਹੀਂ ਜਾ ਸਕਦੇ, ਰੋਜ਼ ਦਿਨ ਮਾਰੇ ਜਾ ਰਹੇ ਨੇ, ਕੁੜੀਆਂ ਕਿਸੇ ਟੀਵੀ ਸ਼ੋਅ 'ਚ ਹਿੱਸਾ ਨਹੀਂ ਲੈ ਸਕਦੀਆਂ, ਉੱਥੇ ਵੀ ਸ਼ੋਸ਼ਣ ਹੁੰਦਾ ਵਾ। ਹੁਣ ਤਾਂ ਨੈਸ਼ਨਲ ਲੈਵਲ 'ਤੇ ਵੀ ਬਹੁਤ ਮਾੜਾ ਹਾਲ ਹੋ ਗਿਆ, ਸਿਰਫ ਸਟੇਟਾਂ 'ਚ ਨਹੀਂ, ਨੈਸ਼ਨਲ ਲੈਵਲ 'ਤੇ ਵੀ ਬਹੁਤ ਮਾੜਾ ਹਾਲ ਹੋ ਗਿਆ। ਮਨਜੀਤ ਸੁਰਖਾਂ ਤੋਂ ਬਾਅਦ ਡਾਕਟਰ ਮਲਕੀਤ ਮਾਨ ਮਿਰਜ਼ਿਆਣਾ ਦਾ ਕਮੈਂਟ ਆ ਕਿ ਜੇ ਇਨਸਾਫ ਲੈਣ ਲਈ ਇੰਨਾ ਕੁਝ ਕਰਨਾ ਪਵੇ, ਧਰਨੇ ਦੇਣੇ ਪੈਣ, ਤਾਂ ਆਮ ਲੋਕਾਂ ਲਈ ਇਨਸਾਫ ਦਾ ਸੋਚਣਾ ਵੀ ਜੁਰਮ ਬਰਾਬਰ ਹੈ। ਪਹਿਲਾਂ ਵੀ ਕਿਸਾਨੀ ਬਿੱਲ ਵੇਲੇ ਕਿਸਾਨਾਂ ਨੂੰ ਬਹੁਤ ਜ਼ਲੀਲ ਕੀਤਾ ਗਿਆ 1 ਸਾਲ ਵਾਸਤੇ। ਇਸ ਤੋਂ ਬਾਅਦ ਅਗਲਾ ਕਮੈਂਟ ਆ ਪਾਲੀ ਗਿੱਦਰਬਾ ਦਾ ਕਿ ਮਸਲਾ ਤਾਂ ਚਲੋ ਜਦੋਂ ਹੱਲ ਹੋਣਾ ਵਾ ਹੋ ਹੀ ਜਾਣਾ ਵਾ ਦੇਰ ਸਵੇਰ ਦੇ ਵਿੱਚ, ਪਰ ਇੱਕ ਗੱਲ ਸਾਫ਼ ਹੋ ਗਈ ਹੈ ਕਿ ਮੋਦੀ ਹੋਰਾਂ ਨੂੰ ਬੇਟੀਆਂ ਨਾਲ ਕੋਈ ਮੋਹ ਪਿਆਰ ਲਗਾਵ ਨਹੀਂ। ਇਨਸਾਫ ਦੀ ਗੱਲ ਤਾਂ ਮੂਲੋਂ ਹੀ ਖਾਰਜ ਕਰ ਦਿਓ, ਕਿਉਂਕਿ ਜਿਹੜੇ ਬੰਦੇ ਦਾ ਆਪਣਾ ਹੀ ਪਰਿਵਾਰ ਹੈ ਨਹੀਂ, ਉਹ ਕਿਸੇ ਦੀ ਭਾਵਨਾ ਸਮਝੂ। ਮੈਂ ਤਾਂ ਇਹ ਕਹਿੰਦਾ ਹਾਂ ਕਿ ਫੜੇ ਬੰਦੇ ਨੂੰ ਕਿਸੇ ਵੀ ਛੜੇ ਬੰਦੇ ਨੂੰ ਕਿਸੇ ਵੀ ਸੰਵਿਧਾਨਿਕ ਪਦ 'ਤੇ ਰਹਿਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਪਾਲੀ ਗਿੱਦਰਬਾ ਇਹ ਤਾਂ ਸ਼ਾਇਦ ਸਹੀ ਨਹੀਂ, ਕਿਸੇ ਦਾ ਵਿਆਹ ਕਰਾਉਣਾ ਨਾ ਵਿਆਹ ਕਰਾਉਣਾ ਇਹ ਇੱਕ ਨਿੱਜੀ ਮਸਲਾ ਵਾ। ਹਾਂ, ਇਹਦੇ 'ਚ ਕਾਰਵਾਈ ਨਹੀਂ ਹੋ ਰਹੀ, ਉਹਨੂੰ ਆਪਾਂ ਉਹਦੀ ਆਲੋਚਨਾ ਤੇ ਡੈਫੀਨੇਟਲੀ ਕਰ ਸਕਦੇ ਹਾਂ। ਅੰਮ੍ਰਿਤਪਾਲ ਔਲਖ ਕਹਿ ਰਹੇ ਨੇ ਦੁੱਖ ਹੁੰਦਾ ਜਦੋਂ ਸਿਆਸੀ ਲੋਕ ਅਜਿਹੇ ਮਸਲਿਆਂ 'ਚ ਵੀ ਸਿਆਸਤ ਕਰਦੇ ਨੇ, ਪਰ ਮੌਜੂਦਾ ਸਮੇਂ 'ਚ ਕੋਈ ਵੀ ਪਾਰਟੀ ਜੋ ਸੱਤਾ 'ਚ ਹੁੰਦੀ ਆ, ਭਾਵੇਂ ਕੇਂਦਰ 'ਚ ਜਾਂ ਰਾਜਾਂ 'ਚ, ਉਹ ਆਪਣੇ ਭੈੜੇ ਕਿਰਦਾਰ ਤੇ ਚਰਿੱਤਰ ਵਾਲੇ ਲੀਡਰਾਂ ਖਿਲਾਫ ਸਮੇਂ ਸਿਰ ਢੁਕਵੀਂ ਕਾਰਵਾਈ ਨਹੀਂ ਕਰਦੀ। ਬਿਲਕੁਲ ਸਹੀ ਗੱਲ ਹੈ ਅੰਮ੍ਰਿਤਪਾਲ ਔਲਖ ਜੀ। ਆ ਤੁਸੀਂ ਪੰਜਾਬ 'ਚ ਵੀ ਵੇਖਿਆ ਵਾ ਕਿ ਇੱਥੇ ਕਿਵੇਂ ਲਾਲਚੰਦ ਕਟਾਰੂ ਚੱਕ ਦੇ ਉੱਤੇ ਬਹੁਤ ਗੰਭੀਰ ਆਰੋਪ ਲੱਗੇ ਨੇ ਔਰ ਉਹ ਹੁਣ ਇੱਕ SIT ਬਣਾਤੀ ਹੈ। ਉਹ ਆਰੋਪ ਇਹੋ ਜਿਹੇ ਨੇ, ਉਹਦੀ SIT ਕੀ ਕਰੂਗੀ? ਉਹ ਤਾਂ ਸਪਸ਼ਟ ਹੀ ਆਰੋਪ। ਸੋ ਉਹਦੇ 'ਤੇ ਕਾਰਵਾਈ ਕਰਨੀ ਬਣਦੀ ਹੈ ਔਰ ਜੋ ਵੀ ਲੀਗਲ ਕਾਰਵਾਈ ਆ ਉਹਨੂੰ ਅੱਗੇ ਵਧਾਇਆ ਜਾਵੇ, ਲੇਕਿਨ ਉਸ ਬੰਦੇ ਨੂੰ ਕੈਬਨਿਟ ਦੇ ਵਿੱਚੋਂ ਡਰੌਪ ਕਰਨਾ ਤੇ ਡੈਫੀਨੇਟਲੀ ਬਣਦਾ ਹੈ। ਖੈਰ, ਇਹਦੇ ਬਾਰੇ ਸੈਪਰੇਟਲੀ ਵਿਚਾਰ ਚਰਚਾ ਕਰਾਂਗੇ। ਅੱਜ ਆਪਾਂ ਪਹਿਲਵਾਨਾਂ ਦੀ ਗੱਲ ਕਰ ਰਹੇ ਹਾਂ। ਰਜਿੰਦਰਜੀਤ ਸਿੰਘ ਸੀਰਾ ਦਾ ਕਮੈਂਟ ਆਇਆ ਵਾ ਕਿ ਹਿੰਦੁਸਤਾਨ ਦੇ ਸੰਵਿਧਾਨ ਦੀ ਕੌਡੀ ਵੀ ਕੀਮਤ ਨਹੀਂ ਰਹੇਗੀ, ਸਭ ਤੋਂ ਪਹਿਲਾਂ ਇਹਨੂੰ ਮਜ਼ਬੂਤ ਕਰਨ ਦੀ ਲੋੜ ਹੈ। ਮਜ਼ਬੂਤ ਕਰਨ ਨਾਲੋਂ ਮੇਰੇ ਖਿਆਲ ਉਹਨੂੰ ਲਾਗੂ ਕਰਨ ਦੀ ਲੋੜ ਆ। ਸੀਰਾ ਸਾਹਿਬ ਪਾਲੀ ਗਿੱਦਰਬਾ ਅੱਗੇ ਕਹਿ ਰਹੇ ਨੇ ਮੁਲਕ ਦਾ ਆਗੂ ਕਦੇ ਨਾ ਚੁਣਿਓ, ਮੁਲਕ ਨੂੰ ਵੰਡਣ ਵਾਲਾ। ਇਹਦੇ ਨਾਲੋਂ ਚੰਗਾ ਮਿੱਤਰੋ ਜੋੜੋ ਗੰਢਣ ਵਾਲਾ ਜਿਹੜਾ ਵਾ ਉਹਨੂੰ ਅੱਗੇ ਕੀਤਾ ਜਾਵੇ, ਇਹ ਉਹਨਾਂ ਦਾ ਵਿਚਾਰ ਆ। ਮੀਨਵਾਈਲ ਮਿਸਕੀ ਗੁਪਤਾ ਕਹਿ ਰਹੇ ਨੇ ਖੇਡ ਫੈਡਰੇਸ਼ਨਾਂ ਵਿੱਚ ਕਿਸ ਤਰ੍ਹਾਂ ਦੀ ਰਾਜਨੀਤੀ ਹੁੰਦੀ ਹੈ ਆਪਾਂ ਜਾਣਦੇ ਹੀ ਹਾਂ।
ਅੱਜ ਕੱਲ੍ਹ ਗੱਲਾਂ ਬਾਹਰ ਆ ਗਈਆਂ ਜੀ, ਜਨਤਕ ਹੋ ਗਈਆਂ। ਪਹਿਲੋਂ ਰਾਜਨੀਤੀ ਹੁੰਦੀ ਸੀ, ਸ਼ੋਸ਼ਣ ਹੁੰਦਾ ਸੀ, ਪਤਾ ਨਹੀਂ ਸੀ ਲੱਗਦਾ, ਲੋਕੀ ਬੋਲਦੇ ਨਹੀਂ ਸੀ। ਹੁਣ ਲੋਕੀ ਬੋਲਦੇ ਵੀ ਆ ਔਰ ਇਹ ਗੱਲਾਂ ਜਨਤਕ ਹੋਣ ਲੱਗ ਪਈਆਂ ਔਰ ਇਸ ਕਰਕੇ ਸਾਨੂੰ ਲੱਗਦਾ ਵੀ ਸਥਿਤੀ ਕਾਫੀ ਗੰਭੀਰ ਹੈ, ਗੰਭੀਰ ਅੱਗੇ ਵੀ ਸੀ ਵੈਸੇ। ਖੈਰ ਕਾਫੀ ਚੰਗੇ ਕਮੈਂਟ ਨੇ ਜਿਹੜੇ ਸਾਡੇ ਸੱਜਣਾ ਨੇ ਕਮੈਂਟ ਦਿੱਤੇ ਨੇ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਤੇ ਹੁਣ ਜਿਹੜੇ ਕਾਲਸ ਸਾਡੇ ਨਾਲ ਕਾਲਰ ਜੁੜੇ ਹੋਏ ਨੇ, ਇੱਕ ਇੱਕ ਕਰਕੇ ਉਹਨਾਂ ਦੀ ਗੱਲ ਸੁਣਦੇ ਹਾਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਦਿਲਜੀਤ ਸੰਧੂ ਜੀ। ਸੰਧੂ ਸਾਹਿਬ, ਕਿੰਨੀ ਸ਼ਰਮ ਵਾਲੀ ਗੱਲ ਆ ਵੀ ਐਡੇ ਉੱਚੇ ਅਹੁਦੇ ਵਾਲੀਆਂ ਖਿਡਾਰਨਾਂ ਜਿਹੜੀਆਂ ਨੈਸ਼ਨਲ ਲੈਵਲ ਤੇ ਖੇਡੀਆਂ ਨੇ, ਇੰਟਰਨੈਸ਼ਨਲ ਲੈਵਲ ਤੇ ਜੀ, ਇੰਟਰਨੈਸ਼ਨਲ ਲੈਵਲ ਤੇ ਮੈਡਲ ਵਿਨਰ ਨੇ ਜੀ, ਉਹ ਚੀਕ ਕੇ ਰੌਲਾ ਪਾਉਂਦੀਆਂ ਵੀ ਇਸ ਬੰਦੇ ਨੇ ਸਾਡੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੀਤੀ, ਤੇ ਉਹਦੇ ਉੱਤੇ ਵੀ ਸਿਆਸਤ ਹੋ ਰਹੀ ਆ ਵੀ ਇਹ ਜੀ ਇਹ ਗਲਤ ਨੇ, ਇਹ ਝੂਠੀਆਂ ਨੇ, ਇਹ ਸੱਚੀਆਂ ਨੇ। ਮੈਂ ਤਾਂ ਇਹ ਗੱਲ ਸਮਝਦਾ ਵੀ ਅਜੇ ਸ਼ੁਕਰ ਕਰੋ ਕਿ ਲੜਕੀਆਂ ਹਰਿਆਣੇ ਤੋਂ ਨੇ। ਜੇ ਕਿਤੇ ਪੰਜਾਬ ਤੋਂ ਹੁੰਦੀਆਂ ਨਾ ਤੇ ਹੁਣ ਨੂੰ ਜਿਹੜਾ ਨੈਸ਼ਨਲ ਮੀਡੀਆ ਨਾ ਉਹਨਾਂ ਦੇ ਇਹਨਾਂ ਨੂੰ ਖਾਲਿਸਤਾਨ ਬਣਾ ਦੇਣਾ, ਇਹ ਦਹਿਸ਼ਤਗਰਦ ਬਣਾ ਦੇਣਾ, ਆਖਣਾ ਹੈ ਕੈਨੇਡਾ ਜੋ ਫੰਡ ਆ ਗਿਆ, ਉਹ ਆ ਗਿਆ, ਉਹ ਆ ਗਿਆ। ਅਜੇ ਇਸ ਹੱਦ ਤੱਕ ਨਹੀਂ ਗਏ ਮੀਡੀਆ ਵਾਲੇ। ਪਰ ਦਿਲਜੀਤ ਸੰਧੂ ਜੀ, ਲੜਕੀਆਂ ਜਦੋਂ ਇਲਜ਼ਾਮ ਲਾਉਂਦੀਆਂ ਵਾ ਔਰ ਇੰਨੇ ਵੱਡੇ ਪੱਧਰ ਤੇ ਔਰ ਇੰਨੀਆਂ ਜ਼ਿਆਦਾ ਲੜਕੀਆਂ, ਮਤਲਬ ਇਹ ਕੋਈ ਇੱਕਾ ਦੁੱਕਾ ਕੇਸ ਨਹੀਂਗਾ, ਓਬਵੀਅਸਲੀ ਉਹਦੇ 'ਚ ਸੱਚਾਈ ਤੇ ਹੈ ਹੀ ਨਾ। ਫਿਰ ਬਿਲਕੁਲ ਸੱਚਾਈ ਹੈ ਜੀ। ਇਹ ਤਾਂ ਕਰੰਟ ਕਾਰਵਾਈ ਕਰ ਦੇਣੀ ਚਾਹੀਦੀ ਸੀ ਬਾਅਦ ਦੇ ਵਿੱਚ, ਮਤਲਬ ਭਾਵੇਂ ਸਿੱਟ ਬਣਾਉਂਦੇ, ਕੋਈ ਇਨਵੈਸਟੀਗੇਸ਼ਨ ਕਰਦੇ, ਉਹ ਬਾਅਦ ਦੀਆਂ ਗੱਲਾਂ ਸੀ। ਪਹਿਲੋਂ ਇਹਨਾਂ ਲੜਕੀਆਂ ਨੂੰ ਕਾਰਵਾਈ ਕਰਕੇ ਜਿਹਦੇ ਵੱਲੇ ਉਂਗਲ ਕਰਦੀਆਂ ਸੀ ਉਹਨੂੰ ਅਰੈਸਟ ਕਰਕੇ ਇਹਨਾਂ ਨੂੰ ਘਰ ਭੇਜਣਾ ਚਾਹੀਦਾ ਹੈ, ਕਿਉਂਕਿ ਲੜਕੀਆਂ ਧਰਨੇ ਦੇਣ ਦੇ ਸਾਨੂੰ ਇਹ ਤੋਂ ਵੱਧ ਹੋਰ ਸ਼ਰਮ ਵਾਲੀ ਕਿਹੜੀ ਗੱਲ ਸਾਨੂੰ ਦੇਸ਼ ਦੇ ਵਿੱਚ ਚਾਹੀਦੀ ਹੈ। ਤੇ ਰਹਿ ਗਈ ਗੱਲ ਵੀ ਸਾਡੇ ਉੱਚੇ ਅਹੁਦਿਆਂ ਤੇ ਬੈਠੇ ਲੋਕ ਸਾਡੀਆਂ ਬੇਟੀਆਂ ਦੀ ਜਾਂ ਧੀਆਂ ਦੀ ਜਾਂ ਭੈਣਾਂ ਦੀ ਕਿੱਡੀ ਇੱਜ਼ਤ ਕਰਦੇ, ਇੱਥੋਂ ਪਤਾ ਲੱਗਣ ਡਿਆ ਵੀ ਇਹ ਤਾਂ ਬੋਲਦੀਆਂ ਨੇ। ਹੋਰ ਕਿੰਨੇ ਲੋਕ ਨੇ ਜਿਹੜੇ ਬੋਲਦੇ ਨਹੀਂ ਬੋਲਦੇ ਜੀ, ਬਹੁਤ ਲੋਕੀ ਨਹੀਂ ਬੋਲਦੇ। ਇਹ ਠੀਕ ਹੈ ਦਿਲਜੀਤ ਸੰਧੂ ਜੀ, ਮੈਂ ਆਪ ਵੀ ਖੇਡਦਾ ਰਿਹਾ ਵਾਂ, ਹਿੱਸਾ ਲੈਂਦਾ ਰਿਹਾ, ਅਸੀਂ ਬਹੁਤ ਕੁਝ ਵੇਖਿਆ, ਨਹੀਂ ਬੋਲਦੇ ਲੋਕੀ। ਕਿੰਨੇ ਲੋਕ ਡਰਦੇ ਬੋਲਦੇ ਨਹੀਂ ਜਾਂ ਸ਼ਰਮ ਦੇ ਮਾਰੇ ਵੀ ਸਾਨੂੰ ਕੀ ਜ਼ਮਾਨਾ ਚਾਕੂ। ਇਹ ਵਧਾਈ ਦੇ ਪਾਤਰ ਵਿਚਾਰੀਆਂ ਬੋਲੀਆਂ ਤੇ ਹੈਗੀਆਂ ਨੇ। ਇੱਜ਼ਤ ਤਾਂ ਉਹਨਾਂ ਦੀ ਵੀ ਬਰਾਬਰ ਹੀ ਆ ਵੀ ਹੁਣ ਸਾਰੇ ਦੇਸ਼ 'ਚ ਜਾਣ ਡਈ ਆ ਵੀ ਇਹਨੂੰ ਆਹ ਸਰੀਰਕ ਸ਼ੋਸ਼ਣ ਇਹਦਾ ਹੋਇਆ। ਪਹਿਲਾਂ ਸਮਝਦਾ ਵੀ ਇੰਨਾ ਵਾਰ ਪ੍ਰਤੱਖ ਇਹਨਾਂ ਨੂੰ ਉਹ ਨਹੀਂ ਦੇਣਾ ਚਾਹੀਦਾ, ਪਰਦੇ 'ਚ ਰੱਖਣਾ ਚਾਹੀਦਾ ਸੀ ਵੀ ਇਹ ਵਾਕਿਆ ਜਿਹਨੇ ਸ਼ਿਕਾਇਤ ਕੀਤੀ ਆ ਇਹਦਾ ਨਾਮ ਹੀ ਨਾ ਬਾਹਰ ਆਵੇ ਤੇ ਉਹਦੇ ਉੱਤੇ ਕਾਰਵਾਈ ਹੁੰਦੀ। ਮਿਹਰਬਾਨੀ, ਥੈਂਕ ਯੂ ਦਿਲਜੀਤ ਸੰਧੂ ਜੀ। ਮੀਨਵਾਈਲ ਮਲਕੀਤ ਮਾਨ ਉਹਨਾਂ ਦਾ ਕਮੈਂਟ ਆ ਕਿ ਇਹਨਾਂ ਭੇੜੀਏ ਕਿਸਮ ਦੇ ਲੋਕਾਂ ਕਾਰਨ ਮਾਪੇ 100 ਵਾਰ ਸੋਚਣਗੇ ਆਪਣੀਆਂ ਬੱਚੀਆਂ ਨੂੰ ਖੇਡਾਂ ਵੱਲ ਤੋਰਨ ਲਈ। ਇਸ ਤਰ੍ਹਾਂ ਦੁਨੀਆ ਪੱਧਰ ਤੇ ਹੋਣ ਵਾਲੀਆਂ ਗੇਮਾਂ ਵਿੱਚੋਂ ਭਾਰਤ ਦਾ ਨਾਂ ਗਾਇਬ ਹੋ ਜਾਵੇਗਾ। ਬਿਲਕੁਲ, ਇਹਦੇ 'ਚ ਮੈਂ ਇਹ ਚੀਜ਼ ਮੈਂਸ਼ਨ ਕਰਨੀ ਚਾਹੁੰਦਾ ਵਾਂ ਕਿ ਜਿਵੇਂ ਅੱਜ ਤੋਂ 50 ਸਾਲ ਪਹਿਲਾਂ ਪੰਜਾਬ ਅਵਲ ਦਰਜੇ 'ਤੇ ਸੀ ਖੇਡਾਂ ਦੇ ਵਿੱਚ, ਔਰ ਹਰ ਨੈਸ਼ਨਲ ਟੀਮ ਦੇ ਵਿੱਚ, ਭਾਵੇਂ ਉਹ ਹਾਕੀ ਦੀ ਟੀਮ ਹੁੰਦੀ ਸੀ ਜਾਂ ਫੁੱਟਬਾਲ ਦੀ ਟੀਮ ਹੁੰਦੀ ਸੀ ਜਾਂ ਐਥਲੀਟ ਹੁੰਦੇ ਸੀ, ਉਹਦੇ 'ਚ ਕਾਫੀ ਵੱਡਾ ਹਿੱਸਾ ਪੰਜਾਬ ਤੋਂ ਹੁੰਦਾ ਸੀ। ਹਾਕੀ ਦੇ ਵਿੱਚ ਤੇ ਖਾਸ ਕਰਕੇ ਤੁਸੀਂ ਵੇਖਿਆ ਵਾ ਕਿ ਅੱਧੇ ਤੋਂ ਜ਼ਿਆਦਾ ਖਿਡਾਰੀ ਜਿਹੜੇ ਨੇ ਭਾਰਤੀ ਟੀਮ ਦੇ ਵਿੱਚੋਂ ਪੰਜਾਬ 'ਚੋਂ ਕਿਸੇ ਵੇਲੇ ਹੁੰਦੇ ਸੀ। ਹੁਣ ਉਹੀ ਹਾਲ ਹਰਿਆਣਾ ਤੋਂ। ਹਰਿਆਣਾ ਇਸ ਵੇਲੇ ਬੜਾ ਕਲੀਅਰਲੀ ਨੰਬਰ 1 ਆ। ਚੰਗੀਆਂ ਸਪੋਰਟਸ ਨੀਤੀਆਂ, ਚੰਗੇ ਪ੍ਰਸ਼ਾਸਕ, ਚੰਗੇ ਸਪੋਰਟਸ ਐਡਮਿਨਿਸਟ੍ਰੇਟਰ, ਚੰਗੇ ਕੋਚਿਸ, ਚੰਗੀਆਂ ਨੀਤੀਆਂ ਨੂੰ ਇੰਪਲੀਮੈਂਟ ਕਰਨ ਵਾਲੇ, ਔਰ ਉਹਦੇ ਕਰਕੇ ਹਰਿਆਣਾ ਇਸ ਵੇਲੇ ਬਿਲਕੁਲ ਟੌਪ ਦੇ ਉੱਪਰ ਆ। ਔਰ ਜੇ ਉੱਥੋਂ ਦੇ ਖਿਡਾਰੀ ਜਿਹੜੇ ਨੇ ਉਹਨਾਂ ਨੂੰ ਇਸ ਤਰ੍ਹਾਂ ਡਿਸਕਰੇਜ ਕੀਤਾ ਜਾਊ, ਉਹਨਾਂ ਦਾ ਸ਼ੋਸ਼ਣ ਹੋਊ, ਸਰੀਰਕ ਸ਼ੋਸ਼ਣ ਹੋਊ, ਮੈਂਟਲ ਉਹਨਾਂ ਦਾ ਸ਼ੋਸ਼ਣ ਹੋਊਗਾ, ਤੇ ਫਿਰ ਓਬਵੀਅਸਲੀ ਉਹ ਘਰ ਬਹਿ ਜਾਣਗੇ। ਤੇ ਫਿਰ ਸਫ਼ਰ ਕੌਣ ਕਰੂਗਾ? ਉਹ ਤਾਂ ਸਫ਼ਰ ਕਰਨਗੇ ਹੀ, ਹਰਿਆਣਾ ਵੀ ਸਫ਼ਰ ਕਰੂਗਾ, ਮੁਲਕ ਵੀ ਸਫ਼ਰ ਕਰੂਗਾ। ਸੋ ਇਸ ਕਰਕੇ ਇਹਦੇ 'ਤੇ ਫੌਰਨ ਕਾਰਵਾਈ ਜਿਹੜੀ ਆ ਉਹ ਕਰਨੀ ਬਣਦੀ ਆ। ਹਰਿਆਣਾ ਸਰਕਾਰ ਜਿੱਥੇ ਭਾਜਪਾ ਦੀ ਸਰਕਾਰ ਆ, ਕੇਂਦਰ 'ਚ ਵੀ ਭਾਜਪਾ ਦੀ ਸਰਕਾਰ ਆ, ਹਰਿਆਣਾ ਸਰਕਾਰ ਨੂੰ ਜ਼ੋਰ ਦੇ ਕੇ ਕਹਿਣਾ ਚਾਹੀਦਾ ਵਾ ਵੀ ਇਹਦੇ 'ਤੇ ਕਾਰਵਾਈ ਕਰੋ ਜੀ। ਇਹ ਸਾਡੀਆਂ ਬੇਟੀਆਂ ਭੈਣਾਂ ਦਾ ਮਸਲਾ ਵਾ ਔਰ ਇਹਨੂੰ ਆਪਾਂ ਲਟਕਾ ਨਹੀਂ ਸਕਦੇ, ਲਮਕਾ ਨਹੀਂ ਸਕਦੇ। ਮੀਨਵਾਈਲ ਪਾਲੀ ਗਿੱਦਰਬਾਹ ਦਾ ਤਾਜ਼ਾ ਕਮੈਂਟ ਹੈ ਕਿ ਬ੍ਰਿਜ ਭੂਸ਼ਣ ਵੇਖਣ ਨੂੰ ਨਹੀਂ, ਆਪਾਂ ਸ਼ਕਲ 'ਤੇ ਨਾ ਜਾਈਏ। ਇਹ ਕਮੈਂਟ ਮੈਂ ਨਹੀਂ ਪੜ੍ਹ ਰਿਹਾ ਪਾਲੀ ਗਿੱਦਰਬਾਹ ਜੀ। ਕਿਸੇ ਦੀ ਵੀ ਸ਼ਕਲ ਜਿਹੜੀ ਆ ਉਹਦੇ 'ਤੇ, ਇਹ ਤਾਂ ਪਰਮਾਤਮਾ ਦੀ ਦੇਣ ਹੁੰਦੀ ਜਿਹੜੀ ਸ਼ਕਲ ਆ, ਉਹਦੇ 'ਤੇ ਕੋਈ ਬਦਮਾਸ਼ੀ ਜਾਂ ਉਹਦੇ 'ਚ ਸ਼ਰਾਫਤ ਨਹੀਂ ਲਿਖੀ ਹੁੰਦੀ। ਕਈ ਵਾਰ ਬਹੁਤ ਭੋਲੀ ਕਿਸਮ ਦੇ ਲੋਕ ਵੀ ਜਿਹੜੇ ਨੇ ਅੰਦਰ ਭੇੜੀਆ ਲੁਕਿਆ ਹੁੰਦਾ ਵਾ, ਔਰ ਬਹੁਤ ਸਾਰੇ ਕਈ ਵਿਚਾਰੇ ਪਰਮਾਤਮਾ ਵੱਲੋਂ ਐਂ ਲੱਗਦਾ ਵੀ ਇਹ ਬਹੁਤ ਵੱਡੇ ਬਦਮਾਸ਼ ਨੇ ਔਰ ਬਹੁਤ ਅੱਛੇ ਇਨਸਾਨ ਹੁੰਦੇ ਆ। ਕਈ ਵਾਰ ਤੁਸੀਂ ਵੇਖਿਆ ਹੀ ਹੈ ਫਿਲਮਾਂ ਦੇ ਵਿੱਚ ਜਿਹੜੇ ਵਿਲਨ ਦਾ ਕਿਰਦਾਰ ਕਰਦੇ ਨੇ ਉਹ ਅਸਲੀ ਰੂਪ ਦੇ ਵਿੱਚ ਬਹੁਤ ਅੱਛੇ ਇਨਸਾਨ ਨੇ, ਬਹੁਤੇ ਅੱਛੇ ਇਨਸਾਨ ਨੇ, ਮੈਂ ਜਿਵੇਂ ਜੋ ਪੜ੍ਹਿਆ ਵਾ। ਸੋ ਇਸ ਕਰਕੇ ਆਪਾਂ ਕਿਸੇ ਦੀ ਸ਼ਕਲ ਦੇ ਬਾਰੇ ਕਾਈਂਡਲੀ ਨਾ ਆਪਾਂ ਟਿੱਪਣੀ ਕਰੀਏ। ਹਾਂ, ਜਿਹੜਾ ਵੀ ਗੁਨਾਹਗਾਰ ਆ, ਜੇ ਬ੍ਰਿਜ ਭੂਸ਼ਣ ਦੇ ਉੱਤੇ ਇਲਜ਼ਾਮ ਲੱਗੇ ਆ ਤੇ ਇਸ ਵੇਲੇ ਉਹ ਗੁਨਾਹਗਾਰ ਆ।
जिन्ना चिर तक वो इनोसेंट साबित नहीं हो जाता उन्हें चिर तक वो कार्रवाई जरूर करनी बनती है। मिसकी गुप्ता, उत्तर प्रदेश विच भी भाजपा की सरकार है। बिल्कुल उत्तर प्रदेश भी भाजपा की सरकार है जी, पर मैं इस करके कह रहा हरियाणे की गल, क्योंकि ये ज़्यादा लड़कियां जिहड़ियां अगे आईयां वा ये ज़्यादा हरियाणे तो ने तुसीं वेख्या ही आ। इहदे विच जिहड़े 3-4 नां जिहड़े मुख तौर पर आए ने, विनेश फोगट, साक्षी मलिक, बजरंग पूनिया, ये लड़कियां जिहड़ियां वा हरियाणे तो ही हैं। विल टेक द नेक्स्ट कॉल। हेलो हेलो, सत श्री अकाल जी। सत श्री अकाल भाई साहब। संधू साहब, अजीत सिंह बोल रहे हैं सरां। हाँ जी सरां साहब। हाँ जी, मैं ये कहना पहली तो गल ये आ कि हरियाणा गौरमेंट नूं उत्थे भी बीजेपी की गौरमेंट आ, उन्हां नूं हुण तक बोलना चाहिदा सी कि साडियां कुड़ियां दे नाल तुसीं की व्यवहार कर रहे हैं। और दूसरी गल ये आ कि इन्ने MP आ बीजेपी दे, ਉਹਨਾਂ ਨੂੰ ਵੀ ਕੋਈ ਸ਼ਰਮ ਨਹੀਂ ਆਉਂਦੀ, ਉਹ ਵੀ ਰੌਲਾ ਨਹੀਂ ਪਾ ਸਕਦੇ, ਉਹ ਨਹੀਂ ਬੋਲਦੇ, ਉਹ ਕਿਉਂ ਚੁੱਪ ਕਰਕੇ ਬੈਠੇ ਆ। ਸਾਰਿਆਂ ਨੂੰ ਇਹ ਧੀਆਂ ਪੈਣਾ ਉਹਨਾਂ ਦੇ ਘਰ ਹੈ ਨਹੀਂ, ਉਹਨਾਂ ਨੂੰ ਵੀ ਬੋਲਣਾ ਚਾਹੀਦਾ ਗਵਰਨਮੈਂਟ ਦੇ ਖਿਲਾਫ। ਇਹ ਨਹੀਂ ਆਪਦੀ ਸਮਝ ਰੱਖ ਬਈ ਮੈਨੂੰ ਨਾ ਕੱਢ ਦੇਣ, ਮੈਨੂੰ ਨਾ ਕੱਢ ਦੇਣ। ਕੱਢ ਦੇਣ, ਤੁਹਾਨੂੰ ਆਪਦੀ ਇੱਜ਼ਤ ਸੈਲਫ ਰਿਸਪੈਕਟ ਹੋਣੀ ਚਾਹੀਦੀ ਆ। MPਆਂ ਨੂੰ ਵੀ MP ਜ਼ਰੂਰ ਬੋਲਣ ਇਸ ਗੱਲ ਤੇ, ਉਹਨਾਂ ਦੇ ਘਰ ਵੀ ਧੀਆਂ ਪੈਣਾ ਹੈਗੀਆਂ। ਔਰ ਖਾਸ ਕਰਕੇ ਹਰਿਆਣਾ ਨੂੰ ਤਾਂ ਜ਼ਰੂਰ ਬੋਲਣਾ ਚਾਹੀਦਾ। ਉਹਨਾਂ ਦੀ ਆਪਦੀ ਗੌਰਮੈਂਟ ਆ, ਇਹ ਆਪਦੀਆਂ ਧੀਆਂ ਪੈਣਾ ਦੀ ਬੇਇੱਜ਼ਤੀ ਕਿਸ ਤਰ੍ਹਾਂ ਸਹਿਣ ਕਰਨਗੇ। ਹਾਂਜੀ, ਇਹ ਬਿਲਕੁਲ ਗਲਤ ਹੈ। ਗੌਰਮੈਂਟ ਨੂੰ ਚਾਹੀਦਾ ਹੈ ਕਿ ਇਮੀਡੀਏਟਲੀ ਇਸ ਤੇ ਐਕਸ਼ਨ ਲਵੇ। ਇੱਕ ਆਦਮੀ ਦੀ ਖਾਤਰ ਤੁਸੀਂ ਸਾਰਿਆਂ ਨੂੰ ਬਦਨਾਮ ਕਰ ਰਹੇ ਆ, ਪੂਰੇ ਹਿੰਦੁਸਤਾਨ ਨੂੰ ਬਦਨਾਮ ਕਰ ਰਹੇ ਆ। ਸਹੀ ਗੱਲ। ਹਾਂਜੀ, ਤੇ ਇਸ ਕਰਕੇ ਮੈਂ ਇਹ ਕਹਿਣਾ ਇਮੀਡੀਏਟਲੀ ਉਹਨੂੰ ਫੜ ਕੇ ਅੰਦਰ ਦਿਓ। श्योर, थैंक यू जी। मेहरबानी सरां साहब। वाकई ये सरकार नूं ये सोचना नहीं चाहिए भी साढ़े खिलाफ कोई एजिटेशन है। ये तो आफ्टर ऑल इंडिविजुअल एक बंदे के खिलाफ लोग मुजाहरे कर रहे हैं, सो वो कार्रवाई तो वो खिलाफ ही होनी है। सरकार अपने आप से इस चीज़ को क्यों लेंदी है। मलकीत मान हुणां दा कॉमेंट है कि जदों कोई लीडर ने रैली करनी होवे, औरतां तो भावें तुरिया ना जावे, वो फिर भी विचारियां उत्थे पहुँचदियां वा, पर इन्हां बच्चियां दे हक विच साड़ियां औरतां भी अज चुप ने। वाकई मेरे ख्याल जिस तरीके नाल ये जन सलाह बनना चाहिए सी उस तरह नहीं बन रहा। रजिंदरजीत सिंह सीरा कह रहे हैं हरियाणा के जाट हुण क्यों नहीं अगे आउंदे, और ये जी आपां क्यों कहिए नहीं आ रहे, बहुत सारे वो भी उत्थे पहुँचे आ। बलवंत सिंह बंद कह रहे हैं पहलवानों ने हिम्मत विखाई है, वरना शोषण हर एक जगह हुंदा वा। सुनिया जी, फिल्मां दे विच भी सुनिया वा, TV दे विच भी, TV सीरीयल्स दे उत्ते भी सुनिया वा, बहुत कुछ हुंदा, TV स्टेशनस दे विच भी शोषण हुंदा वा, लेकिन जिस तरह की कार्रवाई करनी बनती है वो हमेशा नहीं हुंदी। ये भी एक अफसोस की गल है। पाली गिदरबा ने कहा वा कि उन्होंने याद है कि एक बारी KPS गिल ने भी इस तरह की हरकत परी पार्टी च एक IAS औरत नाल कीती सी, उहदा की बनिया सी, उहदे ते कार्रवाई होई सी जी, उहदे ते कार्रवाई KPS गिल ने सफ़र किया। हालांकि बहुत लोगों को लगता कि जिहड़ी कार्रवाई जिहो जी बनती सी वो नहीं सी हुई। वो ड्रंकन स्टेट दे शराब दी हालत दे विच उन्होंने वो हरकत कीती सी। जसविंदर चाहल दा भी कॉमेंट फेसबुक के उपर आया, वो कह रहे हैं सब तो माड़ी गल ये है कि जलंधर जिमनी चोण च किसी भी लीडर वालों इस मसले संबंधी गल ही नहीं की गई। पता नहीं किस गल का डर है उन्होंने, जदों कि एक औरत भी उम्मीदवार है जलंधर विच। बिल्कुल सही किया जसविंदर चाल जी, मैं कवर तो नहीं करन गया इलैक्शन कैंपेन नूं, चोण प्रचार नूं, पर सुनी नहीं गल कि बहुती ये गल उत्थे तुरी होवे। हालांकि एक उम्मीदवार, तुसीं सही कहा कि एक उम्मीदवार जिहड़ी आ कांग्रेस की उम्मीदवार जिहड़ी आ वो औरत आ, और जलंधर जिहड़ा वा उस तो इलावा एक बहुत वड्डा स्पोर्ट्स सेंटर भी आ। मुल्क दे विच पंजाब दी खेडां दे विच बहुत वड्डी योगदान है, और पंजाब दे विच जलंधर दी बहुत वड्डी योगदान है। तुहानूं पता ही आ कि संसारपुर जिथों बहुत सारे मशहूर हॉकी के खिडारी निकले ने, वो बिल्कुल जलंधर शहर के कैंट के नाल आ। प्रगट सिंह वर्गे खिडारी या होर भी बहुत सारे खिडारी जिहड़े ने वो जलंधर तो ही हैं। प्रगट सिंह दा होर पिंड है, उन्हां दा संसारपुर तो नहीं। इस तरह होर भी बहुत सारे खिडारी ने। मीनवाइल सतनाम सिंह चहल कह रहे हैं कि अजकल हरदीप सिंह सोढी नहीं कॉल कर रहे,
ਉਹਨਾਂ ਬਾਰੇ ਉਹਨਾਂ ਨੂੰ ਫਿਕਰ ਹੋ ਰਿਹਾ ਵਾ। ਜੇ ਕਿਸੇ ਨੂੰ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਸ਼ੇਅਰ ਕਰੋ। ਬਿਲਕੁਲ ਜੀ ਸਤਨਾਮ ਸਿੰਘ ਧਾਮੀ ਜੀ, ਸਹੀ ਕਿਹਾ ਤੁਸੀਂ। ਅਸੀਂ ਵੀ ਵਰੀਡ ਹਾਂ ਕਿ ਉਹ ਕਾਲ ਕਿਉਂ ਨਹੀਂ ਕਰ ਰਹੇ, ਜਾਂ ਤਾਂ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਕਿਤੇ। ਪਰਮਾਤਮਾ ਉਹਨਾਂ ਨੂੰ ਚੰਗੀ ਸਿਹਤ ਬਖਸ਼ੇ। ਅਸੀਂ ਆਸ ਕਰਦੇ ਹਾਂ ਕਿ ਉਹ ਸਹੀ ਸਲਾਮਤ ਹੋਣ। ਸਾਡੇ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ ਇਸ ਸ਼ੋਅ ਦੇ ਵਿੱਚ, ਔਰ ਬੜੀ ਸਿਆਣੀ ਗੱਲ ਉਹ ਕਰਦੇ ਸਨ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ ਰਾਜ। ਹਾਂਜੀ ਸੰਧੂ ਸਾਹਿਬ, ਦੇਖੋ ਪੂਰੀ ਦੀ ਪੂਰੀ ਮਸ਼ੀਨਰੀ ਉਹਨਾਂ ਨੇ ਕੰਟਰੋਲ ਕੀਤੀ ਹੈ। ਪੁਲਿਸ, CBI, ED, ਇਵਨ ਜਿਹੜੀ ਹਾਈ ਕੋਰਟ, ਸੁਪਰੀਮ ਕੋਰਟ, ਦੇਖੋ ਉਹਨਾਂ ਦੀ ਕੋਸ਼ਿਸ਼ ਹੁਣ ਪੂਰੀ ਹੈ। ਗਲਤ ਨੂੰ ਉਹਨਾਂ ਨੇ ਸੱਚ ਸਾਬਤ ਕਰਨਾ ਹੈ। ਜਿੰਨੀ ਮਰਜ਼ੀ ਤੁਸੀਂ ਕਿਸਾਨ ਅੰਦੋਲਨ ਮਿਲਣ, ਉਹਨਾਂ ਨੂੰ ਨਹੀਂ ਮਿਲਣਾ। ਮੇਨ ਜਿਹੜੇ ਕਾਰਨ ਮੈਨੂੰ ਜਿਹੜਾ ਪਤਾ ਚੱਲਿਆ ਸੰਧੂ ਸਾਹਿਬ, ਕਿ ਜਿਹੜਾ ਬ੍ਰਿਜ ਭੂਸ਼ਣ ਹੈ ਉਹ ਇੱਕ ਦਬੰਗ ਟਾਈਪ ਹੈ। ਉਹ ਕਿੰਨੇ ਸਾਲਾਂ ਤੋਂ ਉੱਥੇ ਵੈਸਟ UP ਤੋਂ ਜਿੱਦਾਂ ਆ ਰਿਹਾ ਹੈ, ਤੇ ਉਹਦੀ ਕਾਫੀ ਫੋਲੋਇੰਗ ਹੈਗੀ ਹੈ, ਉਹਦੀ ਕਾਫੀ ਵੋਟ ਬੈਂਕ ਹੈਗੀ ਹੈ। BJP ਨੂੰ ਇਹ ਵੀ ਲੱਗਿਆ, ਉਹਨੇ ਇਸ਼ਾਰਾ ਦਿੱਤਾ ਸੀ ਕਿ ਜੇ ਮੇਰੇ ਤੇ ਕਿਸੇ ਨੇ ਕੋਈ ਐਕਸ਼ਨ ਲਿਆ ਹੈ ਤੇ ਮੈਂ ਪਾਰਟੀ ਛੱਡ ਕੇ ਦੂਸਰੀ ਪਾਰਟੀ ਜੁਆਇਨ ਕਰ ਜਾਵਾਂਗਾ। ਇਹ ਨਵੀਂ ਖਬਰ ਮਿਲੀ ਹੈ, ਸਾਨੂੰ ਪਤਾ ਲੱਗੀ ਹੈ। ਪਰ ਦੂਜੀਆਂ ਪਾਰਟੀਆਂ ਨੂੰ ਇਹੋ ਜਿਹੇ ਬੰਦੇ ਨੂੰ ਰਲਾਉਣਾ ਚਾਹੀਦਾ ਆਪਣੇ ਵਿੱਚ, ਜਿੰਨਾ ਚਿਰ ਤੱਕ ਉਹ ਬੇਗੁਨਾਹ ਸਾਬਤ ਨਹੀਂ ਹੋ ਜਾਂਦਾ। ਨਹੀਂ, ਪਰ ਉਹਨਾਂ ਦੀ BJP ਦੀ ਜਿਹੜੀ ਉੱਥੋਂ ਜਿਹੜੀ UP ਦੀ ਜਿਹੜੀ ਗੱਟ ਪੱਕੀ ਕੰਟਰੋਲ ਹੈ, ਉਹਦੇ 'ਚ ਫਰਕ ਬੜਾ ਪਏਗਾ। ਇਹਨੂੰ ਇਹ ਡਰ ਹੈ ਕਿ ਜੇ ਹੱਥੋਂ ਨਿਕਲ ਗਿਆ, ਸਾਡੇ ਜਿਹੜੀ ਇਲੈਕਸ਼ਨਾਂ ਆ ਰਹੀਆਂ ਉੱਤੇ ਬੜਾ ਬੁਰਾ ਅਸਰ ਪਏਗਾ। ਇਹਦਾ ਨੁਕਸਾਨ, ਪਰ ਤੁਹਾਨੂੰ ਨਹੀਂ ਲੱਗਦਾ ਕਿ ਚਲੋ ਇੱਕ ਸੀਟ ਤੁਸੀਂ ਹਾਰ ਸਕਦੇ ਜੇ ਉਹਦਾ ਬਹੁਤ ਜ਼ਿਆਦਾ ਇਨਫਲੂਐਂਸ ਹੈ, ਪਰ ਇਹਦਾ ਨੁਕਸਾਨ ਇੱਕ ਸੀਟ ਤੋਂ ਵੱਧ ਹੋ ਰਿਹਾ ਹੈ ਤੇ ਨੇਸ਼ਨ ਵਾਈਡ, ਐਟਲੀਸਟ ਨਾਰਥ ਇੰਡੀਆ 'ਚ ਤਾਂ ਨੁਕਸਾਨ ਹੋ ਹੀ ਰਿਹਾ ਨਾ ਇਹਦਾ। ਇਹ ਤਾਂ ਇਹਨਾਂ ਨੂੰ ਸਮਝਣਾ ਚਾਹੀਦਾ। ਹੁਣ ਕਹਿੰਦੇ ਨੇ ਆਪੋਜੀਸ਼ਨ ਨੂੰ ਆਪਣਾ ਫਾਇਦਾ ਲੈ ਰਹੀ ਹੈ। ਤੁਸੀਂ ਆਪੋਜੀਸ਼ਨ ਨੂੰ ਮੌਕਾ ਦਿਓ ਹੀ ਨਾ, ਉਹਨੂੰ ਬੰਦੇ ਨੂੰ ਗ੍ਰਿਫਤਾਰ ਕਰ ਲਓ। ਚਲੋ ਕਚਹਿਰੀ 'ਚ ਕੇਸ ਪਾਓ, ਕੋਰਟ 'ਚ ਜੋ ਡਿਸਾਈਡ ਹੋਏਗਾ ਉਹ ਫਾਈਨਲ ਹੋ ਜਾਏਗਾ। ਪਰ ਤੁਸੀਂ ਉਹਨੂੰ ਅਰੈਸਟ ਤਾਂ ਕਰੋ ਨਾ। ਅਰੈਸਟ ਵੀ ਨਹੀਂ ਕਰ ਰਹੇ। ਇੱਥੇ ਬਾਹਰ ਸਾਡੇ ਮੁਲਕਾਂ ਵਿੱਚ ਜਿਹੋ ਜਿਹਾ ਕੇਸ ਹੁੰਦਾ ਹੈ, ਉਸੇ ਵੇਲੇ ਰਿਜ਼ਾਈਨ ਕਰ ਦਿੰਦਾ ਹੈ। ਕੋਰਟ ਦੇ ਵਿੱਚ ਕੇਸ ਚੱਲਦਾ ਹੈ, ਠੀਕ ਹੈ ਗਲਤ ਹੈ, ਉਹ ਬਾਅਦ 'ਚ ਡਿਸਾਈਡ ਹੋ ਜਾਏਗਾ। ਐਟਲੀਸਟ ਉਸੇ ਵਕਤ ਉਹਨੂੰ ਰਿਜ਼ਾਈਨ ਕਰਨਾ ਪੈਂਦਾ। ਇਹਨਾਂ ਦੀ ਕੋਈ ਮਤਲਬ ਹੈ ਹੀ ਨਹੀਂ ਕਿ ਇਹਨਾਂ ਨੂੰ ਸੋਚਣਾ ਵੀ। ਦੇਖ ਰਿਹਾ ਕਿ ਲੜਕੀਆਂ ਜਿਹੜੀਆਂ ਕਰ ਰਹੀਆਂ ਰਿਪੋਰਟ ਕਰ ਰਹੀਆਂ, ਉਹ ਕਿਸ ਹਾਲਤ 'ਚ ਰਿਪੋਰਟ ਕਰ ਰਹੀਆਂ। ਉਹਨਾਂ ਆਪਣਾ ਫਿਊਚਰ ਬਿਲਕੁਲ ਖਰਾਬ ਹੋ ਰਿਹਾ। ਹੁਣ PT ਊਸ਼ਾ ਵਰਗੀ ਜਿਹੜੀਆਂ ਉਹ ਸਾਹਮਣੇ ਕਿਉਂ ਨਹੀਂ ਆ ਰਹੀਆਂ? ਉਹਨਾਂ ਨੂੰ ਗਵਰਨਮੈਂਟ ਵੱਲੋਂ ਸਪੈਸ਼ਲ ਕੋਈ ਜੌਬ ਦਿੱਤੀ ਗਈ ਹੈ, ਉਹ ਨਹੀਂ ਚਾਹੁੰਦੀਆਂ ਕਿ ਸਾਡੀ ਕੋਈ ਜੌਬ ਜਾਂਦੀ ਰਹੇ। ਇਹੋ ਜਿਹੀ ਸਟੇਟਮੈਂਟ ਇਹਨਾਂ ਦੀ ਕੋਸ਼ਿਸ਼, ਕੋਈ ਉਹਨਾਂ ਦੇ ਅਗੇਂਸਟ ਬੋਲੇਗਾ BJP ਦੀ, ਜਾਂ ਉਹਦੀ ਜੌਬ ਚੱਲ ਜਾਏਗੀ ਜਾਂ ਉਹਦੇ CBI ਜਾਂ ED ਪਿੱਛੇ ਲੱਗ ਜਾਏਗੀ। ਇਹ ਬਹੁਤ ਗਲਤ ਹੋ ਰਿਹਾ ਹੈ। ਇਹ ਸਿਰਫ ਗੁੰਡਾ ਰਾਜ ਹੈਗਾ ਜੀ। ਬਿਲਕੁਲ। ਮਿਹਰਬਾਨੀ ਰਾਜ, ਥੈਂਕ ਯੂ। ਦਲਜੀਤ ਸੰਧੂ ਦਾ ਫੇਸਬੁੱਕ ਤੇ ਕਮੈਂਟ ਆਇਆ ਵਾ ਕਿ ਸਾਡੇ ਦੇਸ਼ ਦੇ ਸੰਵਿਧਾਨ ਦਾ ਜਨਾਜ਼ਾ ਤਾਂ ਉਦੋਂ ਨਿਕਲਿਆ ਜਦੋਂ KPS ਗਿੱਲ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਜੇ KPS ਗਿੱਲ ਖਿਲਾਫ ਸਖਤ ਕਾਰਵਾਈ ਹੋਈ ਤਾਂ ਪੁਲਿਸ ਦਾ ਮਨੋਬਲ ਡਿੱਗ ਜਾਵੇਗਾ। ਦਲਜੀਤ ਸੰਧੂ ਜੀ, ਇਹ ਦਲੀਲ ਕਈ ਵਾਰ ਦਿੱਤੀ ਗਈ ਆ। ਜਦੋਂ ਵੀ ਪੁਲਿਸ ਅਫਸਰਾਂ ਦੇ ਖਿਲਾਫ ਵਧੀਕੀਆਂ ਦੇ ਇਲਜ਼ਾਮ ਲੱਗਦੇ ਸੀ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਹੁੰਦੀ ਸੀ। ਸੋ ਇਸ ਕਰਕੇ ਇਹ ਇਲਜ਼ਾਮ, ਇਹ ਦਲੀਲ ਕਈ ਵਾਰ ਦਿੱਤੀ ਜਾਂਦੀ ਹੈ, ਔਰ ਬਿਲਕੁਲ ਗਲਤ ਦਲੀਲ ਆ। ਕਾਰਵਾਈ ਜਿਹੜੀ ਆ ਕਾਨੂੰਨ ਮੁਤਾਬਕ ਹੋਵੇ, ਔਰ ਇਹਦਾ ਅਸਲੀ ਹੱਲ ਇਹੋ ਹੀ ਆ ਕਿ ਰੂਲ ਆਫ ਲਾਅ ਮਸਟ ਪ੍ਰੀਵੇਲ ਐਟ ਆਲ ਟਾਈਮਸ। ਮੀਨਵਾਈਲ ਪਾਲੀ ਗਿੱਦਰਬਾ ਪੁੱਛ ਰਹੇ ਨੇ ਕਿ ਚੰਨੀ ਦਾ ਵੀ ਅਜਿਹਾ ਮਸਲਾ ਉੱਠਿਆ ਸੀ, ਉਹਦਾ ਕੀ ਬਣਿਆ? ਉਹ ਇਸ ਤਰ੍ਹਾਂ ਨਹੀਂ ਉੱਠਿਆ ਜੀ। ਉਦੋਂ ਗੱਲ ਤੁਰੀ ਜ਼ਰੂਰ ਸੀ, ਪਰ ਮੇਰੇ ਖਿਆਲ ਉਹ ਲੌਜੀਕਲ ਕੰਕਲੂਜਨ 'ਤੇ ਜਿਹਨੇ ਇਲਜ਼ਾਮ ਲਾਇਆ ਸੀ ਉਹਨੇ ਵੀ ਇਹ ਗੱਲ ਅੱਗੇ ਤੋਰੀ ਨਹੀਂ, ਜੋ ਮੇਰਾ ਖਿਆਲ ਆ ਪਾਲੀ ਗਿੱਦਰਬਾ ਜੀ। ਮੀਨਵਾਈਲ ਮਿਸਕੀ ਗੁਪਤਾ ਦਾ ਕਮੈਂਟ ਆਇਆ ਕਿ ਦੀਪਿੰਦਰ ਹੁੱਡਾ ਦਾ ਨਾਮ ਲਿਆ ਜਾ ਰਿਹਾ ਹੈ, ਕਿਉਂ ਜੀ? ਦੀਪਿੰਦਰ ਹੁੱਡਾ ਦਾ ਕਿ ਉਹਨੇ ਸ਼ਾਇਦ ਇਹ ਕਰਵਾਇਆ ਕਿਉਂਕਿ ਉਹ ਕਾਂਗਰਸ ਦੇ ਲੀਡਰ ਨੇ। ਔਰ ਦੇਖੋ, ਦੀਪਿੰਦਰ ਹੁੱਡਾ, ਭੁਪਿੰਦਰ ਸਿੰਘ ਹੁੱਡਾ ਜਿਹੜੇ ਮੁੱਖ ਮੰਤਰੀ ਰਹੇ ਨੇ ਹਰਿਆਣਾ ਦੇ, ਉਹਨਾਂ ਦੇ ਬੇਟੇ ਨੇ, ਮੈਂਬਰ ਪਾਰਲੀਮੈਂਟ ਰਹੇ ਨੇ। ਔਰ ਦੀਪਿੰਦਰ ਹੁੱਡਾ ਦਾ ਨਾਂ ਇਸ ਕਰਕੇ ਲਿਆ ਜਾ ਰਿਹਾ ਵਾ ਕਿ ਸ਼ਾਇਦ ਇਹ ਕੁਝ ਹੋ ਸਕਦਾ, ਇਹ ਕੁਝ ਲੜਕੀਆਂ ਜਿਹੜੀਆਂ ਵਾ ਉਹਨਾਂ ਦੇ ਏਰੀਏ ਤੋਂ ਹੋਣ। ਲੇਕਿਨ ਜੇ ਜਿਹੜੇ ਇਲਜ਼ਾਮ ਨੇ ਉਹਨਾਂ 'ਚ ਕੋਈ ਤੱਥ ਹੈ ਤੇ ਕੋਈ ਪਿੱਛੇ ਹੋਵੇ, ਭਾਵੇਂ ਉਹ ਦੀਪਿੰਦਰ ਹੁੱਡਾ ਹੈ ਜਾਂ ਨਹੀਂ ਹੈ ਮੈਨੂੰ ਨਹੀਂ ਪਤਾ, ਪਰ ਕੋਈ ਵੀ ਪਿੱਛੇ ਹੋਵੇ ਉਹ ਵੱਖਰੀ ਗੱਲ ਆ। ਮਸਲਾ ਇਹ ਵਾ ਵੀ ਇਲਜ਼ਾਮ ਸਹੀ ਨੇ ਕਿ ਨਹੀਂ, ਉਹਦੀ ਇਮੀਡੀਏਟਲੀ ਕੋਖ ਹੋਣੀ ਚਾਹੀਦੀ। ਔਰ ਜੇ ਇਹੋ ਜਿਹੇ ਇਲਜ਼ਾਮ ਲੱਗਦੇ ਨੇ, ਔਰ ਲੜਕੀਆਂ, ਸੌਖਾ ਨਹੀਂ ਹੁੰਦਾ ਲੜਕੀਆਂ ਵਾਸਤੇ ਇਹ ਕਹਿਣਾ ਕਿ ਸਾਡਾ ਸ਼ੋਸ਼ਣ ਹੋ ਰਿਹਾ ਵਾ। ਜੇ ਉਹਨਾਂ ਨੇ ਇਲਜ਼ਾਮ ਲਾਇਆ ਤਾਂ ਉੱਥੇ ਕਾਰਵਾਈ ਤਾਂ ਕਰਨੀ ਬਣਦੀ, ਔਰ ਇਸ ਕੇਸ ਦੇ ਵਿੱਚ ਗ੍ਰਿਫਤਾਰੀ ਤੇ ਕਰਨੀ ਬਣਦੀ ਹੀ ਹੈ। ਮੀਨਵਾਈਲ ਸਤਨਾਮ ਸਿੰਘ ਧਾਮੀ ਦਾ ਕਮੈਂਟ ਆਇਆ ਵਾ ਕਿ ਜੇ ਜੋ ਕਾਲਰ ਨੇ ਕਿਹਾ ਵਾ ਜੋ ਸਹੀ ਆ, ਤੇ ਕਿੰਨਾ ਅਫਸੋਸ ਦੀ ਗੱਲ ਹੈ ਕਿ ਸਾਡਾ ਜਿਹੜਾ ਔਰਤ ਦਾ ਜਿਹੜਾ ਦੀ ਇੱਜ਼ਤ ਆ ਉਹ ਵੋਟ ਬੈਂਕ ਜਿਹੜੀ ਆ ਉਹ ਉਹਦੇ ਤੋਂ ਜ਼ਿਆਦਾ ਮਹੱਤਤਾ ਰੱਖਦੀ ਹੈ। ਇਸ ਤਰ੍ਹਾਂ ਦੀ ਗੱਲ ਹੀ ਹੈ ਜੀ। ਇਹ ਬੜੀ ਅਫਸੋਸ ਦੀ ਗੱਲ ਹੈ, ਪਰ ਇਹ ਹੋ ਰਿਹਾ ਵਾ ਇਸ ਤਰ੍ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ। ਸਤਨਾਮ ਸਿੰਘ ਧਾਮੀ ਜੀ। ਮੀਨਵਾਈਲ
ਦਲਵੀਰ ਸਿੰਘ ਔਰ ਨਿਸ਼ਾਨ ਢਿੱਲੋਂ ਵੀ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ, ਉਹਨਾਂ ਦਾ ਵੀ ਸਵਾਗਤ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਲਾਲ ਸਿੰਘ ਬੋਲਦਾ ਜੀ। ਜੀ ਲਾਲ ਸਿੰਘ ਜੀ। ਸੰਧੂ ਸਾਹਿਬ, ਪਹਿਲਾਂ ਤਾਂ ਜਿੰਨੇ ਆਪਣੇ ਪ੍ਰੋਗਰਾਮ 'ਚ ਦਰਸ਼ਕ ਜੁੜੇ ਹੋਏ ਨੇ ਦੇਸ਼ ਵਿਦੇਸ਼ ਤੋਂ, ਪਹਿਲਾਂ ਤਾਂ ਮੈਂ ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸੰਧੂ ਸਾਹਿਬ, ਗੱਲ ਇਹ ਹੈ, ਕਿਸੇ ਜ਼ਿਮੀਂਦਾਰ ਦਾ ਨਾ ਇੱਕ ਪਰਿਵਾਰ ਮਰ ਗਿਆ, ਉਹਦੇ ਘਰ ਵਾਲੀ ਮਰ ਗਈ, ਕਹਿਣ ਦਾ ਭਾਵ ਉਹ ਜਦੋਂ ਨਵਾਂ ਉਹਨੇ ਵਿਆਹ ਕਰਾ ਲਿਆ ਤਾਂ ਮੁੰਡਾ ਕਹਿੰਦਾ, ਬਾਪੂ ਤੈਂ ਇਹ ਕੀ ਕੀਤਾ? ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ? ਕਹਿੰਦਾ ਜਿਹਨੇ ਕਰੀ ਸ਼ਰਮ ਉਹਦੇ ਫੁੱਟ ਕੇ ਕਰਮ। ਕੇਂਦਰ ਸਰਕਾਰ ਆ ਜਿਹੜੀ ਬੀਜੇਪੀ ਦੀ, ਬਿਲਕੁਲ ਇੰਨੇ ਬਿਨਾਂ ਉਹਨਾਂ ਤੇ ਢੁੱਕਦੀ ਹੈਗੀ ਇਹ ਕਵਿਤਾ। ਬਸ ਇਸ ਤੋਂ ਅੱਗੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਜੀ। ਇਹਨਾਂ ਦੇ ਸ਼ਰਮੀ ਮਰ ਗਈ ਜਿਹੜਾ ਇਹ ਕੁਛ ਸਾਡੇ ਦੇਸ਼ 'ਚ ਹੋ ਰਿਹਾ ਹੈਗਾ। ਮਿਹਰਬਾਨੀ। ਵਾਕਈ ਅਫਸੋਸ ਹੈ ਕਿ ਲੜਕੀਆਂ ਨੂੰ ਇਨਸਾਫ ਵਾਸਤੇ ਇਸ ਤਰ੍ਹਾਂ ਦੇ ਕਦਮ ਚੁੱਕਣੇ ਪੈ ਰਹੇ ਆ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ ਸਾਹਿਬ। ਦਰਸ਼ਨ ਧਾਲੀਵਾਲ ਬੋਲਦਾ। ਹਾਂਜੀ ਦਰਸ਼ਨ ਜੀ। ਸੰਧੂ ਸਾਹਿਬ, ਜਿਹੜੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਨੂੰ ਕੋਰਟਾਂ ਨੇ ਸਟੇਟ 'ਚ ਵੜਨ ਤੋਂ ਮਨਾ ਕੀਤਾ ਸੀ, ਤੜੀ ਪਾਰ ਡਿਕਲੇਅਰ ਕੀਤਾ ਸੀ, ਉਹ ਮਹੱਤਵਪੂਰਨ ਅਹੁਦਿਆਂ ਤੇ ਮਤਲਬ ਬੈਠੇ ਹੁਣ, ਜਿਨ੍ਹਾਂ ਨੇ ਇਹਨਾਂ ਲੋਕਾਂ ਦੀ ਰਾਖੀ ਕਰਨੀ ਆ। ਔਰ ਜਿਹੜੇ ਦੇਸ਼ ਦੇ ਵਿੱਚ ਲੋਇਆ ਵਰਗੇ ਜੱਜ ਨੂੰ ਮਰਵਾ ਦਿੱਤਾ ਜਾਵੇ ਤੇ ਉਹ ਦੇਸ਼ ਦਾ ਕੀ ਹਾਲ ਹੋਣਾ ਜੀ। ਇਹ ਜਿੰਨਾ ਚਿਰ ਲੋਕਾਂ ਨੂੰ ਸਮਝ ਨਹੀਂ ਆਉਂਦੀ, ਜਿੰਨਾ ਚਿਰ ਲੋਕ ਮਸਜਿਦ ਮੰਦਰ ਤੇ ਲੜੀ ਜਾਣਗੇ ਨਾ, ਇਹ ਦੇਸ਼ ਦਾ ਕੋਈ ਨਹੀਂ ਬਣਨਾ। ਇਹ ਦੇਸ਼ ਕਿਸੇ ਵੇਲੇ ਬਰਬਾਦੀ ਵੱਲ ਨੂੰ ਜਾਏਗਾ ਜੀ। ਤੇ ਮੈਂ ਤਾਂ ਇਹ ਤੋਂ ਵੱਧ ਕੁਛ ਨਹੀਂ ਕਹਿਣਾ। ਥੈਂਕ ਯੂ। ਬਹੁਤ ਮਿਹਰਬਾਨੀ। ਲੋਕੀ ਬਹੁਤ ਨਿਰਾਸ਼ ਨੇ ਜੋ ਹਾਲਾਤ ਬਣੇ ਹੋਏ ਨੇ। ਲੋਕਾਂ ਨੂੰ ਲੱਗਦਾ ਵਾ ਵੀ ਜੇ ਇਨਸਾਫ ਨਹੀਂ ਮਿਲਦਾ, ਮੁਜ਼ਾਹਰੇ ਕਰਨੇ ਪੈਂਦੇ ਆ, ਤੇ ਫਿਰ ਇਹ ਦੇਸ਼ 'ਚ ਰਹਿਣ ਦਾ ਕੀ ਫਾਇਦਾ। ਸੋ ਮੇਰੇ ਖਿਆਲ ਆ ਜਿਹੜੇ ਵੀ ਲੋਕੀ ਸੱਤਾ 'ਚ ਨੇ, ਭਾਵੇਂ ਉਹ ਸਟੇਟਾਂ 'ਚ ਨੇ, ਭਾਵੇਂ ਉਹ ਸੈਂਟਰ 'ਚ ਨੇ, ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਬਹੁਤ ਜ਼ਰੂਰੀ ਹੈ। ਮੀਨਵਾਈਲ ਦਲਵੀਰ ਸਿੰਘ ਦਾ ਕਮੈਂਟ ਫੇਸਬੁੱਕ ਤੇ ਆਇਆ ਕਿ ਇੰਟਰਨੈਸ਼ਨਲ ਲੈਵਲ ਦੀ ਲੜਕੀ ਕਿਸੇ ਕੋਸ਼ਿਸ਼ ਦੇ ਕਹਿਣ ਤੇ ਆਪਣਾ ਕੈਰੀਅਰ ਬਰਬਾਦ ਨਹੀਂ ਕਰ ਸਕਦੀ। ਵਾਕਈ ਕੋਈ ਨਾ ਕੋਈ ਸੱਚਾਈ ਜ਼ਰੂਰ ਹੋਊਗੀ, ਅਦਰਵਾਈਜ਼ ਕਿਉਂ ਕੋਈ ਮਸਲਾ ਇਸ ਤਰ੍ਹਾਂ ਸਾਹਮਣੇ ਚੁੱਕਦਾ ਵਾ। ਮਿਸਕੀ ਗੁਪਤਾ ਦਾ ਕਮੈਂਟ ਆਇਆ ਵਾ ਕਿ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦੀ ਹਵਾ ਨਿਕਲ ਗਈ ਹੈ। ਵਾਕਈ ਇੱਕ ਪਾਸੇ ਤੁਸੀਂ ਆਂਦੇ ਬੇਟੀ ਬਚਾਓ ਬੇਟੀ ਪੜਾਓ, ਤੇ ਦੂਜੇ ਪਾਸੇ ਆਹ ਹੋ ਰਿਹਾ ਵਾ, ਬੇਟੀਆਂ ਨੂੰ ਇਨਸਾਫ ਲਈ ਸੜਕਾਂ 'ਤੇ ਉਤਰਨਾ ਪੈ ਰਿਹਾ। ਕਈ ਦਿਨ ਹੋ ਗਏ, ਮੇਰੇ ਖਿਆਲ 15-16 ਦਿਨ ਹੋ ਗਏ ਵੀ ਰਾਤ ਨੂੰ ਉਹਨਾਂ ਨੂੰ ਸੜਕਾਂ 'ਤੇ ਸੌਣਾ ਪੈ ਰਿਹਾ ਵਾ। ਪਾਲੀ ਗਿੱਦਰਬਾਹ ਕਹਿੰਦੇ ਦਿੱਲੀ ਪੁਲਿਸ ਦਾ ਸਭ ਤੋਂ ਮਾੜਾ ਵਿਵਹਾਰ ਵੇਖਣ ਨੂੰ ਮਿਲ ਰਿਹਾ। ਪੁਲਿਸ ਤੇ ਹਦਾਇਤਾਂ ਫੋਲੋ ਕਰਦੀ ਹੈ ਜੀ, ਕਿੱਥੋਂ ਦੀ ਪੁਲਿਸ ਹੋਵੇ, ਜੋ ਉੱਤੋਂ ਹੁਕਮ ਆਉਂਦਾ ਵਾ ਉਹਨਾਂ ਨੂੰ ਉਹੀ ਹੁੰਦਾ ਵੀ ਇੱਥੇ ਲੋਕੀ ਇਕੱਠੇ ਨਹੀਂ ਹੁੰਦੇ ਨੇ, ਉਹ ਨਹੀਂ ਹੋਣ ਦੇਣਗੇ। ਸੋ ਇਸ ਕਰਕੇ ਪੁਲਿਸ ਤੇ ਇਸ ਗੱਲ ਦੇ ਵਿੱਚ ਕੋਈ ਹੋਰ ਰਵੱਈਆ ਨਹੀਂ ਨਾ ਅਪਣਾ ਸਕਦੀ। ਜਸਵਿੰਦਰ ਚਾਹਲ ਕਹਿ ਰਹੇ ਨੇ ਬੈਂਸ ਭਰਾਵਾਂ ਦੀ ਬੜੀ ਗਰਮੀ ਦਿਖਾਈ ਦਿੰਦੀ ਸੀ, ਪਹਿਲਾਂ DC ਦੇ ਦਫ਼ਤਰ ਜਾ ਕੇ ਖੜਕਾ ਦੜਕਾ ਕਰਦੇ ਸੀ, ਹੁਣ ਤਾਂ ਪਤਾ ਨਹੀਂ ਠੰਡੀ ਦਵਾਈ ਦੇ ਦਿੱਤੀ ਕਿਸੇ ਨੇ। ਜਸਵਿੰਦਰ ਚਾਹਲ ਨੇ ਬੈਂਸ ਭਰਾਵਾਂ ਦੀ ਗੱਲ ਕੀਤੀ ਹੈ। ਮੀਨਵਾਈਲ ਨਿਸ਼ਾਨ ਢਿੱਲੋਂ, ਜੇਕਰ ਇਹੋ ਜਿਹੇ ਖਿਡਾਰੀਆਂ ਦੀ ਕੋਈ ਸੁਣਵਾਈ ਨਹੀਂ ਤਾਂ ਆਮ ਔਰਤਾਂ ਦਾ ਰੱਬ ਹੀ ਰਾਖਾ। ਬਹੁਤ ਅੱਛਾ ਕਮੈਂਟ ਹੈ ਨਿਸ਼ਾਨ ਢਿੱਲੋਂ ਦਾ ਕਿ ਜੇ ਵਾਕਈ ਇੰਟਰਨੈਸ਼ਨਲ ਪਲੇਅਰ ਮਸ਼ਹੂਰ ਜਿਨ੍ਹਾਂ ਨੂੰ ਲੋਕੀ ਜਾਣਦੇ ਨੇ, ਲੋਕਾਂ ਦੇ ਆਈਕਨ ਨੇ, ਜੇ ਉਹਨਾਂ ਦਾ ਇਹ ਹਾਲ ਆ, ਤੇ ਵਾਕਈ ਜਿਹੜੇ ਆਮ ਲੋਕ ਨੇ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ, ਜਿਹੜੇ ਭੱਠਿਆਂ ਦੇ ਉੱਤੇ ਕੰਮ ਕਰਦੀਆਂ ਔਰਤਾਂ ਵਾ, ਜਿਹੜੇ ਘਰਾਂ ਦੇ ਵਿੱਚ ਕੰਮ ਕਰਦੀਆਂ ਔਰਤਾਂ ਵਾ, ਉਹਨਾਂ ਦੀ, ਜਾਂ ਦਫ਼ਤਰਾਂ ਦੇ ਵਿੱਚ ਜਿਹੜੇ ਛੋਟੇ ਲੈਵਲ 'ਤੇ ਕੰਮ ਕਰਦੀਆਂ ਔਰਤਾਂ, ਉਹਨਾਂ ਦੀ ਕੌਣ ਸੁਣਵਾਈ ਕਰੂਗਾ? ਇਹਦੇ ਬਾਰੇ ਸਾਨੂੰ ਸਭ ਨੂੰ ਸੋਚਣ ਦੀ ਲੋੜ ਹੈ। ਪਾਲੀ ਗਿੱਦਰਬਾਹ ਦਾ ਲਾਸਟ ਕਮੈਂਟ ਪੜ੍ਹ ਕੇ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰ। ਉਹ ਕਹਿ ਰਹੇ ਨੇ ਖੂਬ ਨੇ ਇਹ ਝਾਂਜਰਾਂ ਛਣਕਣ ਲਈ, ਪਰ ਕੋਈ ਚਾਹ ਵੀ ਤਾਂ ਦੇ ਨੱਚਣ ਲਈ, ਪਰ ਕੋਈ ਚਾਹ ਵੀ ਤਾਂ ਦੇ ਨੱਚਣ ਲਈ, ਨੰਗੀਆਂ ਸ਼ਾਖਾਂ ਨੂੰ ਮੇਰੇ ਮਾਲਕਾਂ ਦੇ 2-2 ਦਿਨ ਪੱਤੀਆਂ ਪਹਿਨਣ ਲਈ। ਬਹੁਤ ਅੱਛੀ ਲਿਖੀ ਹੈ ਉਹਨਾਂ ਨੇ, ਸ਼ਾਇਦ ਇੱਕ ਅੱਧਾ ਵਰਡ ਇੱਧਰ ਉੱਧਰ ਹੋ ਗਿਆ, ਸੋ ਮੈਂ ਸਹੀ ਤਰੀਕੇ ਨਾਲ ਪੜ੍ਹ ਨਹੀਂ ਪਾ ਰਿਹਾ। ਪਾਲੀ ਗਿੱਦਰਬਾਹ ਜੀ, ਬਹੁਤ ਮਿਹਰਬਾਨੀ, ਤੁਸੀਂ ਇਹ ਲਿਖਿਆ ਵਾ। ਖੂਬ ਨੇ ਇਹ ਝਾਂਜਰਾਂ ਛਣਕਣ ਲਈ, ਪਰ ਕੋਈ ਚਾਹ ਵੀ ਤਾਂ ਦੇ ਨੱਚਣ ਲਈ, ਨੰਗੀਆਂ ਸ਼ਾਖਾਂ ਨੂੰ ਮੇਰੇ ਮਾਲਕਾਂ ਦੇ 2-2-3 ਪੱਤੀਆਂ ਪਹਿਨਣ ਲਈ। ਬਹੁਤ ਮਿਹਰਬਾਨੀ, ਤੁਸੀਂ ਇਹ ਗੱਲ ਸਾਡੇ ਨਾਲ ਸਾਂਝੀ ਕੀਤੀ, ਔਰ ਇਹਨਾਂ ਸ਼ਬਦਾਂ ਦੇ ਨਾਲ ਮੈਂ ਹੁਣ ਲੈ ਰਿਹਾ ਤੁਹਾਡੇ ਤੋਂ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।